Be strong. Welcome to Balle Balle Radio. ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸ਼ਹੀਦ ਬੱਚਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਤਾਂ ਅੱਗੋਂ ਉਹਨਾਂ ਨੇ ਕੀ ਉਚਾਰਿਆ, ਸ਼ਾਇਦ ਕੋਈ ਦੁਨੀਆ ਦਾ ਹੋਰ ਪਿਓ ਇਹ ਸ਼ਬਦ ਨਹੀਂ ਉਚਾਰ ਸਕਦਾ। ਸੁਣ ਕੇ ਸ਼ਹੀਦੀ ਚਾਰੇ ਲਾਲਾਂ ਦੀ ਗੁਰੂ ਗੋਬਿੰਦ ਸਿੰਘ ਬੋਲੇ ਇਹ ਬੋਲ ਜੀ, इन पुत्रन के शीश पे वार दिए सुत चार, चार मुए तो क्या हुआ जीवत कई हजार। गुरु साहब ने कहा की हो गया जी मैं चार पुत वार दिते ने, मेरे सिंह मेरे योधे मेरिया फौजा ये भी तो मेरे पुत ने। जाके रूप खालसे दा वखरा मिसाल दुनिया ते कहमे होकर आ गए, गज के जयकारा निकी उमरे, गज के जयकारा निकी उमरे वखरे ही कौतक रचा गए, गज के जयकारा निकी उमरे वखरे। ਸਾਡੇ ਤੇ ਜ਼ੁਲਮ ਕਰ ਲਓ ਤੇ ਅਸੀਂ ਸਹਿ ਲਈਏ, ਅਸੀਂ ਪੰਜਾਬੀ ਨਹੀਂ ਸਹਿ ਸਕਦੇ। ਤੇਜਿੰਦਰ ਜੀ ਵੈਸੇ ਤਾਂ ਅੱਜ ਦੇ ਇਸ ਇਤਿਹਾਸ ਦੇ ਵਿੱਚ ਕਿਸਾਨ ਅੰਦੋਲਨ ਦਾ ਆਪਣਾ ਮੁੱਦਾ ਨਹੀਂ ਹੈ। ਤੁਸੀਂ ਫਿਰ ਜਾਣਬੁੱਝ ਕੇ ਕਿਸੇ ਕੁਐਸਚਨ ਪੁੱਛਦੇ ਹੋ, ਤੁਸੀਂ ਕੋਈ ਐਸੀ ਗੱਲ ਨਹੀਂ ਹੈ। ਉਹਦਾ ਮੈਂ ਤੁਹਾਨੂੰ ਇੱਕ ਸਿੰਪਲ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਹੁੰਦਾ ਹੈ ਤਾਂ ਕਿਸੇ ਧਰਮ ਜਾਤ ਫਿਰਕੇ ਦੇ ਖਿਲਾਫ ਨਹੀਂ ਹੁੰਦਾ, ਅੰਦੋਲਨ ਹੁੰਦਾ ਹਮੇਸ਼ਾ ਹੀ ਜ਼ਾਲਮ ਹਾਕਮਾਂ ਦੇ ਖਿਲਾਫ ਹੁੰਦਾ। ਉਹ ਕਿਸੇ ਵੀ ਧਰਮ ਦੂਰ ਜਾਣ ਦੀ ਲੋੜ ਨਹੀਂ ਹੈ। ਅੱਜ ਆਪਾਂ ਇੱਥੇ ਖੜੇ ਹਾਂ ਤੇ ਕਿਸਾਨ ਅੰਦੋਲਨ ਦਿੱਲੀ ਚੱਲ ਰਿਹਾ। ਆਪਾਂ ਅੱਜ ਬੇਸ਼ੱਕ ਇਸ ਚੀਜ਼ ਨੂੰ ਆਪਾਂ ਨਹੀਂ ਜੋੜ ਸਕਦੇ, ਪਰ ਤੁਹਾਡੀ ਗੱਲ ਦੇ ਵਿੱਚ ਇੱਕ ਉਦਾਹਰਨ ਨਿਕਲੀ ਆਈ ਹੈ ਕਿ ਅੱਜ ਵੀ ਅੰਦੋਲਨ ਚੱਲ ਰਿਹਾ ਤਾਂ ਜ਼ਾਲਮ ਹਾਕਮਾਂ ਦੇ ਖਿਲਾਫ ਚੱਲ ਰਿਹਾ, ਕਿਸੇ ਧਰਮ ਦੇ ਖਿਲਾਫ ਨਹੀਂ ਚੱਲ ਰਿਹਾ। ਅੱਜ ਵੀ ਇਸ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਉਸ ਸਮੇਂ ਸਾਰੇ ਲੋਕ ਇਕੱਠੇ ਸੀਗੇ, ਅੱਜ ਵੀ ਉਸ ਕਿਸਾਨ ਅੰਦੋਲਨ ਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਹਰ ਤਰ੍ਹਾਂ ਦਾ ਇਨਸਾਨ, ਹਰ ਧਰਮ ਦਾ ਸ਼ਖਸ ਉੱਥੇ ਅੱਜ ਸ਼ਾਮਲ ਹੈ। ਸਤਿ ਸ਼੍ਰੀ ਅਕਾਲ। ਬੱਲੇ ਬੱਲੇ ਰੇਡੀਓ ਦੀ ਪੂਰੀ ਟੀਮ ਜਿਹੜੇ ਆਪ ਦਾ ਧੰਨਵਾਦ ਕਰਦੀ ਹੈ ਕਿ ਤੁਸੀਂ ਇਸ ਮੁਕੱਦਸ ਕੰਮ ਨੂੰ, ਇਸ ਧਾਰਮਿਕ ਕੰਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਸਾਡੇ ਨਾਲ ਸਿੱਖ ਇਤਿਹਾਸ ਦੀਆਂ ਜਿਹੜੀਆਂ ਕੁਝ ਗੱਲਾਂ ਬਾਤਾਂ ਕਰਨ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਅੱਜ ਅਸੀਂ ਚਰਨ ਛੋਹ ਪਵਿੱਤਰ ਸਥਾਨ ਤੇ ਪਹੁੰਚੇ ਹਾਂ, ਜਿੱਥੇ ਗੁਰੂ ਸਾਹਿਬ ਆਪਣੇ ਪਰਿਵਾਰ ਦੇ ਨਾਲ ਆਨੰਦਗੜ੍ਹ ਦਾ ਕਿਲਾ ਛੱਡ ਕੇ 1704 ਈਸਵੀ ਦੇ ਵਿੱਚ 6 ਅਤੇ 7 ਪੋਹ ਦੀ ਰਾਤ ਨੂੰ ਉਸ ਸਮੇਂ ਪਹੁੰਚੇ ਸਨ, ਜਦੋਂ ਮੁਗਲ ਰਾਜਿਆਂ ਅਤੇ ਪਹਾੜੀ ਰਾਜਿਆਂ ਨੇ ਇੱਕ ਗਲਤ ਵਾਅਦਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਲਾ ਆਨੰਦਗੜ੍ਹ ਦਾ ਕਿਲਾ ਛੱਡਣ ਦੀ ਬੇਨਤੀ ਕੀਤੀ ਸੀ ਅਤੇ ਪੰਜ ਪਿਆਰਿਆਂ ਦੇ ਹੁਕਮ ਦੇ ਅਨੁਸਾਰ ਗੁਰੂ ਮਹਾਰਾਜ ਆਪਣੇ ਪਰਿਵਾਰ ਸਮੇਤ ਅਤੇ ਕੁਝ ਸਿੰਘਾਂ ਸਮੇਤ ਇੱਥੇ ਪਰਿਵਾਰ ਵਿਛੋੜਾ ਸਾਹਿਬ ਪਹੁੰਚੇ ਸਨ। ਅਤੇ ਜਦੋਂ ਗੁਰੂ ਸਾਹਿਬ ਸਰਸੇ ਨਦੀ ਦੇ ਕੰਢੇ ਪਹੁੰਚੇ, ਉਸ ਟਾਈਮ ਉਹਨਾਂ ਨੇ ਧੋਖੇ ਦੇ ਨਾਲ ਗੁਰੂ ਸਾਹਿਬ ਅਤੇ ਉਹਨਾਂ ਦੇ ਜਥੇ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਪਰਿਵਾਰ, ਗੁਰੂ ਸਾਹਿਬ ਦਾ ਪਰਿਵਾਰ ਅਤੇ ਸਿੰਘ ਵੰਡੇ ਗਏ, ਖੇਰੂ ਹੋ ਗਏ, ਜਿਨ੍ਹਾਂ ਵਿੱਚੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਗੜੀ ਵਿੱਚ ਪੁੱਜ ਗਏ ਅਤੇ ਬਾਕੀ ਦੋ ਛੋਟੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਗੰਗੂ ਤੇਲੀ ਦੇ ਨਾਲ ਮਾਤਾ ਗੁਜਰੀ ਜੀ ਦੇ ਸਮੇਤ ਸਹੇੜੀ ਪਿੰਡ ਮਰੰਡਾ ਵਿਖੇ ਪੁੱਜ ਗਏ। ਅੱਜ ਇਹਨਾਂ ਉਸ ਘੜੀਆਂ ਨੂੰ ਯਾਦ ਕਰਦਿਆਂ ਹੋਇਆਂ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਪਰਿਵਾਰ ਖੇਰੂ ਹੋਇਆ ਅਤੇ ਸ਼ਹਾਦਤ ਦੇ ਜਾਮ ਪੀਤੇ, ਉਸ ਦਿਨ ਨੂੰ ਯਾਦ ਕਰਦਿਆਂ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਜੋ ਸਭਾ ਦੀ ਸ਼ੁਰੂਆਤ ਹੋ ਰਹੀ ਹੈ, ਉਸ ਦਿਨ ਅਸੀਂ ਬੱਲੇ ਬੱਲੇ ਰੇਡੀਓ ਦੇ ਨਾਲ ਇਸ ਦਿਨ ਨੂੰ ਸਮਰਪਿਤ ਹੋ ਕੇ ਅੱਜ ਇਸ ਨੂੰ ਯਾਦ ਨੂੰ ਤਾਜ਼ਾ ਕਰਨ ਆਏ ਹਾਂ। ਮੈਂ ਤੁਹਾਡਾ ਆਪਣਾ ਵੀਰ ਅਜੀਤਪਾਲ ਸਿੰਘ ਨਾਫਰੇ ਆਪਣੇ ਵੱਲੋਂ ਕੁਝ ਲਿਖੀਆਂ ਚੰਦ ਲਾਈਨਾਂ ਦੇ ਨਾਲ ਇੱਕ ਕਵਿਤਾ ਦੇ ਰੂਪ ਦੇ ਵਿੱਚ ਇਸ
पूरे के पूरे जो रस्ता है, जो पूरी पूरी वाट सी गुरु गोबिंद सिंह जी महाराज के परिवार की, ਉਹਨੂੰ अपने शब्दों ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਲਈ ਅੱਜ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਜੀ ਵਿਖੇ ਪਹੁੰਚੇ ਹਾਂ ਕਬੂਲ ਕਰਨਾ ਜੀ। ਸੋ ਸਾਧ ਸੰਗਤ ਜੀ, ਇਨ੍ਹਾਂ ਹੀ ਸ਼ਬਦਾਂ ਦੇ ਨਾਲ ਆਪਾਂ ਅੱਜ ਇਸ ਸ਼ੁਭ ਦਿਨ ਦੇ ਉੱਪਰ ਜਦੋਂ ਕਿ ਆਪਾਂ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਜੀ ਵਿਖੇ ਸਭਾ ਦੀ ਸ਼ੁਰੂਆਤ ਕਰ ਰਹੇ ਹਾਂ, आओ आप सब तो पहला इस पवित्र स्थान के दर्शन दीदारे करिए ਅਤੇ सिजदा करिए ताकि इस सफ़र आप अगे तोड़ सकीए। ਬੱਲੇ ਬੱਲੇ ਰੇਡੀਓ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤਜਿੰਦਰ ਚੋਪੜਾ। ਅੱਜ ਸਾਡੀ ਟੀਮ ਪਹੁੰਚੀ ਹੈ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ, ਜੋ ਕਿ ਜ਼ਿਲ੍ਹਾ ਰੋਪੜ ਵਿੱਚ ਹੈ। ਔਰ ਸਾਡੇ ਨਾਲ ਇੱਕ ਬਹੁਤ ਵਧੀਆ ਸ਼ਖਸੀਅਤ ਨੇ, ਸਰਦਾਰ ਅਜੀਤਪਾਲ ਸਿੰਘ ਨਾਫਰੇ, ਜੋ ਕਿ ਆਸਟਿਨ ਇੰਸਟੀਚਿਊਟ ਜਲੰਧਰ ਦੇ MD ਨੇ। ਇਤਿਹਾਸ ਤੇ ਬੜੀ ਪਕੜ ਰੱਖਦੇ ਨੇ, ਬਹੁਤ ਅੱਛੇ ਲੇਖਕ ਨੇ, ਕਵੀ ਨੇ ਅਤੇ ਆਪਣੀਆਂ ਲਿਖਤਾਂ ਦੇ ਨਾਲ ਬਹੁਤ ਪ੍ਰਭਾਵਿਤ ਕਰਦੇ ਨੇ। ਇੰਨੇ ਵਧੀਆ ਕਵੀ ਨੇ ਕਿ ਹਰ ਸਮੇਂ ਇਹਨਾਂ ਦੀ ਕਲਮ ਚੱਲਦੀ ਰਹਿੰਦੀ ਹੈ ਔਰ ਕੁਛ ਨਾ ਕੁਛ ਇਹਨਾਂ ਕੋਲ ਹਰ ਸਮੇਂ ਲਿਖਣ ਲਈ ਤਿਆਰ ਰਹਿੰਦਾ ਹੈ। ਤੁਹਾਡੇ ਕਾਗਜ਼ ਦੇ ਉੱਤੇ ਮੈਂ ਦੇਖ ਰਿਹਾ ਸੀ ਜਿਸ ਤਰੀਕੇ ਨਾਲ ਤੁਸੀਂ ਲਿਖਦੇ ਹੋ, ਬੜਾ ਇਨਸਟੈਂਟ ਲਿਖਦੇ ਹੋ ਔਰ ਆਪਣੇ ਡਾਇਰੀ, ਆਪਣੇ ਕਾਗਜ਼ ਹਮੇਸ਼ਾ ਆਪਣੇ ਨਾਲ ਹੀ ਰੱਖਦੇ ਹੋ ਔਰ ਬਹੁਤ ਸੁੰਦਰ ਲਿਖਾਈ। ਬਹੁਤ ਵੱਡੀ ਗੱਲ ਹੈ ਕਿ ਬਹੁਤ ਚੰਗੀ ਗੱਲ ਲੱਗਦੀ ਹੈ ਕਿ ਬਹੁਤ ਸੁੰਦਰ ਲਿਖਾਈ ਦੇ ਧਨੀ ਨੇ ਔਰ ਗੁਰਮੁਖੀ ਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਨੇ। ਸਿੱਖ ਇਤਿਹਾਸ ਉੱਤੇ ਇਹਨਾਂ ਦੀ ਬੜੀ ਪਕੜ ਹੈ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗਾ ਕਿ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਰਹੇ ਇਸ ਚੈਨਲ ਦੇ ਸਰੋਤਿਆਂ ਨੂੰ ਕੁਝ ਜਾਣਕਾਰੀ ਦਿਓ, ਜਿਹੜੀ ਕਿ ਸਭਾ, ਜਿਸ ਨੂੰ ਅਸੀਂ ਸ਼ਹੀਦੀ ਜੋੜ ਮੇਲਾ ਵੀ ਕਹਿੰਦੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ, ਜਿਸ ਦੀ ਸ਼ੁਰੂਆਤ ਇਸ ਗੁਰਦੁਆਰਾ ਸਾਹਿਬ ਤੋਂ ਹੋ ਰਹੀ ਹੈ, ਪਰਿਵਾਰ ਵਿਛੋੜਾ ਸਾਹਿਬ ਤੋਂ। ਇਹਦੀ ਸੀਕੁਐਂਸ ਕੀ ਬਣਦੀ ਹੈ ਔਰ ਉਸ ਤੋਂ ਬਾਅਦ ਅਸੀਂ ਤੁਹਾਡੀਆਂ ਕੁਝ ਰਚਨਾਵਾਂ ਵੀ ਸੁਣਾਂਗੇ ਜਿਹੜੀਆਂ ਕਿ ਤੁਸੀਂ ਗੁਰੂ ਸਾਹਿਬ ਦੇ ਬਾਰੇ ਜਾਂ ਇਸ ਇਤਿਹਾਸ ਬਾਰੇ ਲਿਖੀਆਂ ਨੇ। ਚੋਪੜਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਬੱਲੇ ਬੱਲੇ ਰੇਡੀਓ ਚੈਨਲ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇਸ ਇਤਿਹਾਸਕ ਪਲਾਂ ਨੂੰ, ਇਸ ਇਤਿਹਾਸਿਕ ਸਥਾਨ ਨੂੰ
ਸੰਗਤ ਦੇ ਸਾਹਮਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੇ ਲਈ ਜੋ ਤੁਸੀਂ ਉਪਰਾਲਾ ਕਰ ਰਹੇ ਹੋ ਤੇ ਆਪਣੇ ਨਿਮਾਣੇ ਜਿਹੇ ਵੀਰ ਨੂੰ ਇਹ ਮੌਕਾ ਦਿੱਤਾ, ਉਹਦੇ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ। ਔਰ ਮੈਂ ਸਮੁੱਚੀ ਸਾਰੀ ਸਾਧ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਿਹੜੇ ਆਪਣੇ ਦਿਨ ਨੇ, ਇੱਕ ਪਰਿਵਾਰ ਵਿਛੜ ਜਾਣਾ, ਆਪਾਂ ਨਾਮ ਕਹਿ ਦਿੰਦੇ ਹਾਂ ਸਰਬੰਸਦਾਨੀ। ਸਰਬੰਸਦਾਨੀ ਕਹਿਣਾ ਸੌਖਾ ਹੁੰਦਾ, ਸਰਬੰਸ ਨੂੰ ਦਾਨ ਕਰਨਾ ਬਹੁਤ ਔਖਾ ਹੁੰਦਾ। ਆਪਾਂ ਨੇ ਘਰ ਦੇ ਵਿੱਚ ਕੋਈ ਮੰਗਤਾ ਆ ਜਾਂਦਾ, ਆਪਾਂ 2 ਰੁਪਏ 5 ਰੁਪਏ ਦਾਨ ਕਰਨ ਲਈ 10 ਵਾਰ ਸੋਚਦੇ ਹਾਂ। ਅੱਜ ਆਪਾਂ ਉਸ ਮਹਾਨ ਗੁਰੂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਪਿਤਾ ਬਾਰੇ, ਆਪਣੇ ਮਾਤਾ ਵਾਰੀ, ਆਪਣੇ ਪੁੱਤ ਬਾਰੇ 4-4 ਲਾਲ ਦੇਸ਼ ਤੇ ਕੌਮ ਦੇ ਲਈ ਵਾਰ ਦੇਣੇ, ਸ਼ਹੀਦ ਕਰਵਾ ਦੇਣੇ। ਇਹ ਕੋਈ ਸ਼ਾਇਦ ਉਹ ਰੱਬੀ ਰੂਹ ਹੀ ਕਰ ਸਕਦੀ ਹੈ। ਉਹਦੇ ਲਈ ਆਪਾਂ ਇਨਸਾਨ ਉਸ ਗੱਲ ਨੂੰ ਕਦੇ ਸੋਚ ਵੀ ਨਹੀਂ ਸਕਦੇ। ਅੱਜ ਆਪਾਂ ਉਸ ਦਿਨ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ। ਅਸਲ ਦੇ ਵਿੱਚ ਇਹ ਅਸਥਾਨ ਸਰਸਾ ਨੰਗਲ ਦਾ ਸਥਾਨ ਹੈ ਜਿੱਥੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ਦੇ ਉੱਪਰੋਂ ਹੀ, ਇਸੀ ਜਗ੍ਹਾ ਦੇ ਉੱਪਰੋਂ ਹੀ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਜਦੋਂ ਮੁਗਲ ਰਾਜਿਆਂ ਨੇ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਧਰੋ ਕਮਾ ਕੇ, ਧੋਖਾ ਕਰਕੇ ਗੁਰੂ ਸਾਹਿਬ ਦੀ ਫੌਜ ਦੇ ਉੱਪਰ ਇੱਥੇ ਹਮਲਾ ਕੀਤਾ ਸੀ। ਤਾਂ 2 ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਉਹ ਚਮਕੌਰ ਦੀ ਗੜੀ ਵਿਖੇ ਪਹੁੰਚ ਗਏ ਸਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਆਪਣੇ ਪਿਤਾ ਜੀ ਦੇ ਨਾਲ। ਅਤੇ ਦੋਨੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਮੇਤ ਗੰਗੂ ਤੇਲੀ ਦੇ ਨਾਲ ਉਹਨਾਂ ਦੇ ਪਿੰਡ ਸਹੇੜੀ ਮੁਰੰਡਾ ਵਿਖੇ ਪਹੁੰਚ ਗਏ ਸਨ ਜੀ। ਇਹ ਅੱਜ ਉਸ ਸਥਾਨ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਜੀ। ਇਹਨਾਂ ਦਿਨਾਂ ਦੀ ਯਾਦ ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਕਿੱਥੋਂ ਵਿਛੜਿਆ ਅਤੇ ਕਿੱਥੇ ਜਾ ਕੇ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹਾਦਤਾਂ ਹੋਈਆਂ, ਉਸ ਦਿਨਾਂ ਨੂੰ, ਇਹਨਾਂ ਕੁਝ ਦਿਨਾਂ ਨੂੰ ਇੱਕ ਸਭਾ ਦੇ ਰੂਪ ਦੇ ਵਿੱਚ ਸਿੱਖ ਪੰਥ, ਸਿੱਖ ਕੌਮ, ਸਾਰੇ ਦੁਨੀਆ ਦੇ, ਦੇਸ਼ ਦੇ ਸਾਰੀਆਂ ਕੌਮਾਂ ਦੇ ਵੀਰ, ਪੰਜਾਬੀ ਵੀਰ, ਸਾਰੇ ਲੋਕ ਜੋ ਧਰਮ ਦੇ ਵਿੱਚ ਆਸਥਾ ਰੱਖਦੇ ਨੇ, ਸਦੀਆਂ ਤੋਂ ਮਨਾਉਂਦੇ ਆ ਰਹੇ ਨੇ। ਔਰ ਅੱਜ ਇਹ ਪਹਿਲਾ ਦਿਨ ਹੈ 13 ਦਸੰਬਰ ਦਾ, ਜਦੋਂ ਕਿ ਆਪਾਂ ਇਸ ਸਭਾ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਕਰਦੇ ਹਾਂ। ਬਿਲਕੁਲ ਜੀ। ਮੇਰਾ ਮੰਨਣਾ ਹੈ ਜੀ ਸਰ ਕਿ ਇਹ ਜਿਹੜਾ ਇਤਿਹਾਸ ਹੈ ਇਹ ਬੜਾ ਗੌਰਵਮਈ ਇਤਿਹਾਸ ਹੈ। ਔਰ ਕਈ ਵਾਰੀ ਇਹ ਦਿਮਾਗ 'ਚ ਲੋਕਾਂ ਦੇ ਆ ਜਾਂਦੀ ਹੈ ਗੱਲ ਕਿ ਇਹ ਸਿਰਫ ਜਿਹੜਾ ਹੈ ਜਾਂ ਇਸਲਾਮ ਦੇ ਖਿਲਾਫ ਹੈ ਜਾਂ ਮੁਗਲ ਸ਼ਾਸਨ ਦੇ ਖਿਲਾਫ ਹੈ। ਮੇਰਾ ਮੰਨਣਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਇਹ ਤਾਂ ਇਤਿਹਾਸ ਜਿਹੜਾ ਹੈ, ਇਹ ਜੋ ਸ਼ਹਾਦਤ ਹੋਈ ਹੈ, ਜੋ ਕੁਰਬਾਨੀ ਦਾ ਜਜ਼ਬਾ ਗੁਰੂ ਸਾਹਿਬ ਨੇ ਲਿਆ ਹੈ, ਔਰ ਇਹ ਇੱਕ ਸਿਧਾਂਤ ਦੇ ਅਨੁਸਾਰ ਸੀ। ਜੇਕਰ ਉਲਟ ਵੀ ਹੁੰਦਾ ਕਿ ਮੁਸਲਿਮ ਸਾਮਰਾਜ ਜਿਵੇਂ ਉਸ ਸਮੇਂ, ਮੁਗਲ ਸਾਮਰਾਜ ਉਸ ਸਮੇਂ ਜਿਸ ਤਰੀਕੇ ਨਾਲ ਜ਼ਾਲਮਾਨਾ ਤਰੀਕੇ ਦੇ ਨਾਲ ਚੱਲਿਆ ਹੋਇਆ ਸੀ, ਜੇ ਰਿਵਰਸ ਵੀ ਹੁੰਦਾ, ਉਲਟ ਵੀ ਹੁੰਦਾ, ਤਾਂ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣੀ ਸੀ। ਉਹ ਕਿਸੇ ਖਾਸ ਫਿਰਕੇ ਨਾਲ ਨਹੀਂ ਸੀ। ਤੁਹਾਡਾ ਕੀ ਕਹਿਣਾ ਜੀ ਇਸ ਬਾਰੇ? ਚੋਪੜਾ ਜੀ, ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ। ਮੈਂ ਇਹਦੇ ਵਿੱਚ ਗੱਲ ਜੋੜਨੀ ਚਾਹਾਂਗਾ ਕਿ ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਹੁੰਦਾ ਹੈ ਤਾਂ ਕਿਸੇ ਧਰਮ, ਜਾਤ, ਫਿਰਕੇ ਦੇ ਖਿਲਾਫ ਨਹੀਂ ਹੁੰਦਾ। ਅੰਦੋਲਨ ਹੁੰਦਾ ਹਮੇਸ਼ਾ ਹੀ ਜ਼ਾਲਮ ਹਾਕਮਾਂ ਦੇ ਖਿਲਾਫ ਹੁੰਦਾ ਹੈ ਜੀ। ਉਹ ਕਿਸੇ ਵੀ ਧਰਮ ਦੂਰ ਜਾਣ ਦੀ ਲੋੜ ਨਹੀਂ ਹੈ। ਅੱਜ ਆਪਾਂ ਇੱਥੇ ਖੜੇ ਹਾਂ ਤੇ ਕਿਸਾਨ ਅੰਦੋਲਨ ਦਿੱਲੀ ਚੱਲ ਰਿਹਾ। ਆਪਾਂ ਅੱਜ ਬੇਸ਼ੱਕ ਇਸ ਚੀਜ਼ ਨੂੰ ਆਪਾਂ ਨਹੀਂ ਜੋੜ ਸਕਦੇ, ਪਰ ਤੁਹਾਡੀ ਗੱਲ ਦੇ ਵਿੱਚ ਇੱਕ ਉਦਾਹਰਨ ਨਿਕਲੀ ਆਈ ਹੈ ਕਿ ਅੱਜ ਵੀ ਅੰਦੋਲਨ ਚੱਲ ਰਿਹਾ ਤਾਂ ਜ਼ਾਲਮ ਹਾਕਮਾਂ ਦੇ ਖਿਲਾਫ ਚੱਲ ਰਿਹਾ, ਕਿਸੇ ਧਰਮ ਦੇ ਖਿਲਾਫ ਨਹੀਂ ਚੱਲ ਰਿਹਾ। ਅੱਜ ਵੀ ਇਸ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਉਸ ਸਮੇਂ ਸਾਰੇ ਲੋਕ ਇਕੱਠੇ ਸੀਗੇ, ਅੱਜ ਵੀ ਉਸ ਕਿਸਾਨ ਅੰਦੋਲਨ ਦੇ ਵਿੱਚ ਹਿੰਦੂ, ਮੁਸਲਮ, ਸਿੱਖ, ਈਸਾਈ, ਹਰ ਤਰ੍ਹਾਂ ਦਾ ਇਨਸਾਨ, ਹਰ ਧਰਮ ਦਾ ਸ਼ਖਸ ਉੱਥੇ ਅੱਜ ਸ਼ਾਮਲ ਹੈ। ਉਹੀ ਗੱਲ ਅੱਜ ਤੁਹਾਡੇ ਮੁਖੋਂ ਕੁਦਰਤੀ ਨਿਕਲ ਗਈ ਹੈ ਤੇ ਉਹਦੇ ਵਿੱਚ ਮੈਂ ਜੋੜ ਰਿਹਾ ਹਾਂ। ਬੇਸ਼ੱਕ ਆਪਣਾ ਵਿਸ਼ਾ ਨਹੀਂ ਹੈ। ਮੈਂ ਇਹ ਸੋਚਦਾ ਹਾਂ ਕਿ ਕਈ ਵਾਰੀ ਨਾ ਇਤਿਹਾਸ, ਕਿਉਂਕਿ ਇਤਿਹਾਸ ਰਚਣ ਵਾਲੇ ਜਿਹੜੇ ਇਤਿਹਾਸਕਾਰ ਨੇ, ਕਈ ਵਾਰੀ ਤੋੜ ਮਰੋੜ ਕੇ ਕੋਈ ਗੱਲਾਂ ਲਿਖੀਆਂ ਜਾਂਦੀਆਂ ਨੇ, ਤਾਂ ਇੱਥੇ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਕਿਸੇ ਖਾਸ ਫਿਰਕੇ ਦੇ ਖਿਲਾਫ ਜਾਂ ਵਿਰੋਧ ਜਾਂ ਉਹਨਾਂ ਦੇ ਨਾਲ ਨਹੀਂ ਸੀ। ਉਹਨਾਂ ਦਾ ਤਾਂ ਇੱਕ ਸਿਧਾਂਤਕ ਕੁਰਬਾਨੀ ਸੀ। ਉਹ ਇੱਕ ਸਿਧਾਂਤ ਦੇ ਪਿੱਛੇ ਲੱਗੇ ਸਨ, ਔਰ ਉਹ ਸਿਧਾਂਤ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ। ਦੇਖੋ ਜੀ, ਸਿੰਪਲ ਜੀ ਗੱਲ ਆ, ਸਭ ਨੂੰ ਪਤਾ ਹੈ ਗੁਰੂ ਸਾਹਿਬ ਨੇ ਜਦੋਂ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਵਾਰਿਆ ਸੀ, ਦਿੱਲੀ ਭੇਜ ਦਿੱਤਾ ਸੀ, ਕੋਈ ਗੱਲ ਨਹੀਂ ਹੈ ਪਿਤਾ ਜੀ, ਤੁਸੀਂ ਜਾਓ, ਤੁਹਾਨੂੰ ਕੁਰਬਾਨੀ ਦੇਣੀ ਚਾਹੀਦਾ। ਉਹ ਕਿਹਨਾਂ ਲਈ ਕੀਤਾ ਸੀ? ਕਸ਼ਮੀਰੀ ਪੰਡਤਾਂ ਵਾਸਤੇ। ਬਿਲਕੁਲ ਜੀ, ਬਿਲਕੁਲ। ਅਲੱਗ ਸੀ ਧਰਮ, ਕੋਈ ਸਿੱਖ ਇਹ ਨਹੀਂ ਹੈ ਕਿ ਸਿਰਫ ਆਪਣੇ ਲੋਕਾਂ ਵਾਸਤੇ ਕੀਤਾ ਸੀ
ਜੀ ਉਸ ਤੋਂ ਬਾਅਦ ਆ ਕੇ ਆਪਣੇ ਬੱਚੇ ਬਾਰੇ ਮੁਗਲ ਹਕੂਮਤ ਦੇ ਖਿਲਾਫ ਆਪਣੇ ਬੱਚਿਆਂ ਦਾ ਸਰਬੰਸ ਦਾਨ ਕੀਤਾ। ਜੀ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ। ਇਹ ਸਾਰਾ ਕੁਝ ਕਿਸੇ ਵੀ ਇੱਕ ਜਾਤੀ ਪਾਤ ਜਾਂ ਕਿਸੇ ਇੱਕ ਫਿਰਕੇ ਲਈ ਨਹੀਂ ਸੀ। ਇਹ ਦੁਨਿਆਵੀ ਜੋ ਦੁਨੀਆ ਦੇ ਵਿੱਚ ਜੋ ਦੁਨਿਆਵੀ ਦੁਸ਼ਟ ਪੈਦਾ ਹੁੰਦੇ ਨੇ ਉਹਨਾਂ ਦੇ ਜ਼ਾਲਮਾਂ ਜ਼ੁਲਮਾਂ ਦਾ ਖਾਤਮਾ ਕਰਨ ਲਈ ਇਹ ਚੀਜ਼ ਬਿਲਕੁਲ ਜੀ, ਉਹਨਾਂ ਨੇ ਬਿਲਕੁਲ। ਇਹ ਜੰਗ ਛੇੜੀ ਸੀ ਤੇ ਕੁਰਬਾਨੀਆਂ ਦਿੱਤੀਆਂ ਸਨ। ਜੀ ਬਿਲਕੁਲ ਬਿਲकुल ਜੀ। ਔਰ ਮੈਂ ਦੇਖਦਾ ਕਿ ਮੈਂ ਚਾਹੁੰਦਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਸਰੋਤੇ ਇਸ ਨੂੰ ਸੁਣ ਰਹੇ ਨੇ ਔਰ ਤੁਸੀਂ ਆਪਣੀ ਇੱਕ ਰਚਨਾ ਜਿਹੜੀ ਹੈ ਜ਼ਰੂਰ ਸੁਣਾਓ ਸਾਨੂੰ। ਮੈਂ ਤਾਂ ਸੁਣੀ ਹੈ ਜੀ, ਮੈਂ ਚਾਹੁੰਦਾ ਕਿ ਤੁਸੀਂ ਸਰੋਤਿਆਂ ਨੂੰ ਵੀ ਸੁਣਾਓ। ਬਹੁਤ ਸ਼ਾਨਦਾਰ ਤੁਸੀਂ ਲਿਖਦੇ ਹੋ ਔਰ ਪਰਮਾਤਮਾ ਵਾਹਿਗੁਰੂ ਤੁਹਾਡੀ ਕਲਮ ਦੇ ਉੱਤੇ ਇਸ ਤਰ੍ਹਾਂ ਹੀ ਬਖਸ਼ਿਸ਼ ਰੱਖੇ। ਤਾਂ ਜ਼ਰੂਰ ਸੁਣਾਓ ਜੀ ਸਾਡੇ ਸਰੋਤਿਆਂ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਪਿਆਰੀ ਸਾਧ ਸੰਗਤ ਜੀ। ਜਦੋਂ ਵੀ ਕੁਝ ਅਲੱਗ ਚੀਜ਼ ਦੇਖਦਾ ਹਾਂ ਮੈਂ, ਪਤਾ ਨਹੀਂ ਕੀ ਗੱਲ ਹੈ, ਕਲਮ ਆਪ ਮੁਹਾਰੇ ਹੀ ਕੁਝ ਲਿਖਣ ਲਈ ਹੱਥ 'ਚ ਆ ਜਾਂਦੀ ਹੈ। ਅੱਜ ਜਦੋਂ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਸਰਬੰਸ ਨੂੰ ਦਾਨ ਕਰਨ ਵਾਲਾ ਸਰਬੰਸ ਦੀਆਂ ਸ਼ਹੀਦੀਆਂ ਦਾ ਦਿਨ ਆਇਆ ਤਾਂ ਉਸ ਦੇ ਲਈ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਅੱਜ ਇਹ ਮੈਂ ਕੀ ਲਿਖਣਾ ਹੈ, ਮੈਂ ਨਿਮਾਣਾ ਸ਼ਖਸ ਕੁਝ ਨਹੀਂ ਲਿਖ ਸਕਦਾ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਹਨ, ਉਹਨਾਂ ਨੂੰ ਆਪਣੀ ਕਲਮ ਨਾਲ ਉਕਰਿਆ ਹੈ, ਜੋ ਜ਼ਿਹਨ ਦੇ ਵਿੱਚ ਆਇਆ ਹੈ ਉਹ ਮੈਂ ਤੁਹਾਡੇ ਪੇਸ਼ ਕਰ ਰਿਹਾ ਹਾਂ। ਇਹ ਛੋਟਾ ਜਿਹਾ ਤੁਸੀਂ ਇਹਨੂੰ ਲੈ ਸਕਦੇ ਹੋ ਕਿ ਕਵਿਤਾ ਦੇ ਰੂਪ ਦੇ ਵਿੱਚ ਵੀ ਹੈ, ਇੱਕ ਜਾਂ ਛੋਟਾ ਜਿਹਾ ਗੁਰੂ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਦੇ ਰੂਪ ਵਿੱਚ ਹੀ ਹੈ। ਇੱਕ ਮੁਲਾਂਕਣ ਕੀਤਾ ਗਿਆ ਉਸ ਚੀਜ਼ ਦਾ ਕਿ ਉਸ ਸਥਾਨ ਤੋਂ ਲੈ ਕੇ ਉਸ ਟਾਈਮ ਦੇ ਸਮੇਂ ਦਾ ਮੁਲਾਂਕਣ ਕੀਤਾ ਗਿਆ ਦੇ ਵਿੱਚ ਕਿ ਗੁਰੂ ਸਾਹਿਬ ਨੇ ਕਿੱਦਾਂ ਆਪਣਾ ਸਰਬੰਸ ਇੱਥੋਂ ਉਹਨਾਂ ਦਾ ਵਿਛੜਿਆ ਤੇ ਕਿੱਦਾਂ ਉਹਨਾਂ ਨੇ ਸ਼ਹੀਦੀਆਂ ਪਾਈਆਂ। ਬਿਲਕੁਲ ਇੱਕ ਪੂਰਾ ਇਤਿਹਾਸ ਤੁਸੀਂ ਇਸ ਦੇ ਵਿੱਚ ਸਮੋਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਵੀ ਗਾਗਰ ਦੇ ਵਿੱਚ ਸਾਗਰ ਭਰਨ ਦੀ ਗੱਲ ਕੀਤੀ ਹੈ। ਪਰਮਾਤਮਾ ਮਿਹਰ ਕਰੇ ਕਿ ਤੁਹਾਨੂੰ ਸਾਰਿਆਂ ਨੂੰ ਇਹ ਸ਼ਬਦ ਪਸੰਦ ਆਉਣ। ਕਿਲੇ ਸਰਸੇ ਦੇ ਵਿੱਚੋਂ ਸੀਗੇ ਨਿਕਲੇ ਚਾਰੋਂ ਵੀਰਿਓ ਗੁਰੂ ਦੇ ਬਾਲ ਨਿਕੜੇ। ਕਿਲੇ ਸਰਸੇ ਦੇ ਵਿੱਚੋਂ ਸੀਗੇ ਨਿਕਲੇ ਚਾਰੋਂ ਵੀਰਿਓ ਗੁਰੂ ਦੇ ਬਾਲ ਨਿਕੜੇ। ਠਾਠਾਂ ਮਾਰਦੇ ਦਰਿਆ ਦੇ ਵਿੱਚੋਂ ਲੰਘ ਕੇ ਰਾਹ ਵੱਖੋ ਵੱਖ ਸੀ ਬਣਾ ਗਏ। ਗੱਜ ਕੇ ਜਕਾਰੇ ਨਿੱਕੀ ਉਮਰੇ ਵੱਖਰੇ ਹੀ ਕੌਤਕ ਰਚਾ ਗਏ। ਗੱਜ ਕੇ ਜਕਾਰੇ ਨਿੱਕੀ ਉਮਰੇ ਵੱਖਰੇ ਹੀ ਕੌਤਕ ਰਚਾ ਗਏ। ਬਹੁਤ ਖੂਬ। ਇਹ ਸਰਸੇ ਦਾ ਸਥਾਨ ਹੈ ਜੀ। ਬਿਲਕੁਲ ਜੀ। ਟੱਪ ਸਰਸੇ ਦਾ ਪਾਣੀ ਦਰਿਆ ਸਾਹਮਣੇ ਸਾਨੂੰ ਨਜ਼ਰ ਆ ਰਿਹਾ। ਟੱਪ ਸਰਸੇ ਦਾ ਪਾਣੀ ਚਾਰੋਂ ਵਿਛੜੇ ਸੀ ਹਾਣੀ। ਦੋ ਦਾਦੀ ਗੁਜਰੀ ਦੀ ਗੋਦ ਵਿੱਚ ਬਹਿ ਗਏ। ਦੋ ਪਿਤਾ ਦਸ਼ਮੇਸ਼ ਦੀਆਂ ਬਾਹਾਂ 'ਚ ਸਮਾ ਗਏ। ਦੋ ਦਾਦੀ ਗੁਜਰੀ ਦੀ ਗੋਦ ਵਿੱਚ ਬਹਿ ਗਏ। ਦੋ ਪਿਤਾ ਦਸ਼ਮੇਸ਼ ਦੀਆਂ ਬਾਹਾਂ 'ਚ ਸਮਾ ਗਏ। ਗੱਜ ਕੇ ਜੈਕਾਰੇ ਨਿੱਕੀ ਉਮਰੇ ਵੱਖਰੇ ਹੀ ਕੌਤਕ ਰਚਾ ਗਏ। ਬਹੁਤ ਖੂਬ। ਸੰਗ ਪਿਤਾ ਵਿੱਚ ਗੜੀ ਚਮਕਾਰ ਦੇ ਲੜੇ ਅਜੀਤ ਦੇ ਜੁਝਾਰ ਪੂਰੀ ਨਾਲ ਟੋਰਦੇ। ਸੰਗ ਪਿਤਾ ਵਿੱਚ ਗੜੀ ਚਮਕਾਰ ਦੇ ਲੜੇ ਅਜੀਤ ਤੇ ਜੁਝਾਰ ਨਾਲ ਪੂਰੀ ਟੋਰਦੇ। ਵੱਢ ਕੇ ਉਹ ਤਾਣ ਦੁਸ਼ਮਣਾਂ ਦੀ ਸ਼ਹੀਦੀਆਂ ਸੀ ਕੌਮ ਲਈ ਪਾ ਗਏ। ਵੱਢ ਕੇ ਉਹ ਤਾਣ ਦੁਸ਼ਮਣਾਂ ਦੀ ਸ਼ਹੀਦੀਆਂ ਸੀ ਕੌਮ ਲਈ ਪਾ ਗਏ। ਗੱਜ ਕੇ ਜਕਾਰੇ ਛੋਟੀ ਉਮਰੇ ਵੱਖਰੇ ਹੀ ਕੌਤਕ ਰਚਾ ਗਏ। ਗੱਜ ਕੇ ਜਕਾਰੇ ਨਿੱਕੀ ਉਮਰੇ ਵੱਖਰੇ ਹੀ ਕੌਤਕ ਰਚਾ ਗਏ। ਹਾਕਮ ਮਰੰਡੇ ਨਾਲ ਮਿਲ ਕੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਜੋ ਗੰਗੂ ਬ੍ਰਾਹਮਣ ਦੇ ਕੋਲ ਉਹਦੇ ਪਿੰਡ ਸੇੜੀ ਵਿਖੇ ਪਹੁੰਚ ਗਏ ਸਨ ਤੇ ਅੱਗਿਓਂ ਉਹਨਾਂ ਦੇ ਮਨ ਵਿੱਚ ਪਾਪ ਆਉਣ ਕਾਰਨ ਉਹਨਾਂ ਨੇ ਮੁਗਲ ਹਕੂਮਤ ਦੇ ਨਾਲ ਮਿਲ ਕੇ ਵਜ਼ੀਰ ਖਾਨ ਦੇ ਸਪੁਰਦ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ ਸੀ। ਆਪਾਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਬਹੁਤ ਅੱਛਾ ਜੀ। ਹਾਕਮ ਮਰੰਡੇ ਨਾਲ ਮਿਲ ਕੇ ਗੰਗੂ ਤੇਲੀ ਨੇ ਵੀ ਕਹਿਰ ਕਮਾਇਆ ਸੀ। ਮਾਤਾ ਗੁਜਰੀ ਨੂੰ ਸੰਗ ਛੋਟੇ ਪੋਤਿਆਂ
ਕੋਲ ਮੁਗਲਾਂ ਦੇ ਕੈਦ ਕਰਾਇਆ ਸੀ। ਜੋਰਾ ਵਰਤ ਫਤਿਹ ਨੇ ਮੰਨੀ ਇਨ ਨਾ, ਹੱਸ ਸਰਹੰਦ ਦੀ ਦੀਵਾਰਾਂ 'ਚ ਸਮਾ ਗਏ। ਜੋਰੇ ਵਾਰ ਤੇ ਫਤਿਹ ਨੇ ਮੰਨੀ ਇਨ ਨਾ, ਹੱਸ ਸਰਹੰਦ ਦੀ ਦੀਵਾਰ 'ਚ ਸਮਾ ਗਏ। ਗੱਜ ਕੇ ਜੈਕਾਰੇ ਨਿੱਕੀ ਉਮਰੇ, ਵੱਖਰੇ ਹੀ ਕੌਤਕ ਰਚਾ ਗਏ। ਗੱਜ ਕੇ ਜੈਕਾਰੇ ਨਿੱਕੀ ਉਮਰੇ, ਉਹ ਵੱਖਰੇ ਹੀ ਕੌਤਕ ਰਚਾ ਗਏ। ਸੁਣ ਕੇ ਸ਼ਹੀਦੀ ਚਾਰੇ ਲਾਲਾਂ ਦੀ, ਦੋ ਚਮਕੌਰ ਸਾਹਿਬ ਦੀ ਗੜੀ ਵਿੱਚ ਸ਼ਹੀਦ ਹੋ ਗਏ ਤੇ ਦੋ ਸਰਹੰਦ ਦੀਆਂ ਦੀਵਾਰਾਂ ਵਿੱਚ ਚੁਣਾ ਦਿੱਤੇ ਗਏ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਬੱਚਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਤਾਂ ਅੱਗੋਂ ਉਹਨਾਂ ਨੇ ਕੀ ਉਚਾਰਿਆ, ਸ਼ਾਇਦ ਕੋਈ ਦੁਨੀਆ ਦਾ ਹੋਰ ਪਿਓ ਇਹ ਸ਼ਬਦ ਨਹੀਂ ਉਚਾਰ ਸਕਦਾ। ਸੁਣ ਕੇ ਸ਼ਹੀਦੀ ਚਾਰੇ ਲਾਲਾਂ ਦੀ, ਗੁਰੂ ਗੋਬਿੰਦ ਸਿੰਘ ਬੋਲੇ ਇਹ ਬੋਲ ਜੀ। ਇਨ ਪੁੱਤਰਨ ਕੇ ਸੀਸ ਪੈ ਵਾਰ ਦਿਏ ਸੁਤ ਚਾਰ, ਚਾਰ ਮੁਏ तो क्या हुआ जीवत कई हजार। गुरु साहब ने कहा की हो गया जी मैं चार पुत वार दिते ने, मेरे सिंह मेरे योधे मेरिया फौजा ये भी तो मेरे पुत ने, मैं इन्हां दे उपरों चार पुत वार दिते, फिर की हो गया। ये शायद दुनिया दा होर कोई प्यो इन्हां लफ्ज़ां नूं अपने मुखार बिन तो उच्चारण नहीं कर सकता। सुन के शहीदी चारे लालां दी, गुरु गोबिंद सिंह बोले यह बोल सी। रहू सदा ही अडोल मेरा खालसा, लवे जिन्ना मर्जी कुफर कोई तोल जी। रहू सदा ही अडोल मेरा खालसा, रहे लवे जिन्ना मर्जी कुफर कोई तोल जी। सजा के रूप खालसे दा वखरा, सजा के रूप खालसे दा वखरा, मिसाल दुनिया ते कहमे होकर आ गए। गज के जयकारा निकी उमरे, गज के जयकारा निकी उमरे, वखरे ही कौतक रचा गए। गज के जयकारा निकी उमरे, वखरे ही कौतक रचा गए। आप एक जयकारा बुला के इस कविता का समापन करिए। जो बोले सो निहाल, सत श्री अकाल। वाहिगुरु जी का खालसा, वाहिगुरु जी की फतेह। सो चोपड़ा जी ये कुछ बहुत अल्फाज सन जो बहुत ਵਧੀਆ ਤਰੀਕੇ ਦੇ ਨਾਲ ਤੁਸੀਂ ਪੂਰਾ ਜਿਹੜਾ ਇਤਿਹਾਸ ਹੈ ਉਹ ਇਸ ਬੜੀ ਵੱਡੀ ਕੁਰਬਾਨੀ ਦੀ ਜਿਹੜਾ ਇਤਿਹਾਸ ਹੈ ਇਸ ਨੂੰ ਬੜੇ ਅੱਛੇ ਸ਼ਬਦਾਂ ਦੇ ਵਿੱਚ ਤੁਸੀਂ ਪਰੋਇਆ। ਔਰ मैं चाहांगा कि ਜਿਹੜੇ ਦੇਖੋ ਇਹ ਜਿਹੜਾ ਸਾਡਾ ਚੈਨਲ ਹੈ ਇਹ ਕੈਨੇਡਾ USA ਆਸਟ੍ਰੇਲੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਦੇਖ ਰਹੇ ਨੇ ਲੋਕ। ਸਭਾ ਜਾਂ ਜਿਹੜਾ ਅਸੀਂ ਸ਼ਹੀਦੀ ਜੋੜ ਮੇਲਾ ਵੀ ਕਹਿੰਦੇ ਆ ਇਹ ਸਾਡੇ ਏਰੀਏ ਦੇ ਵਿੱਚ ਕਾਫੀ ਮਸ਼ਹੂਰ ਇੱਕ ਜਿਹੜਾ ਹੈ ਇੱਕ ਸਮਾਗਮ ਮੰਨਿਆ ਜਾਂਦਾ, ਬਹੁਤ ਪ੍ਰਸਿੱਧ ਹੈ। ਮੈਂ ਚਾਹਾਂਗਾ ਕਿ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਹੈ ਉਹ ਸੁਣ ਰਹੀ ਹੈ ਸਾਡੇ ਚੈਨਲ ਨੂੰ। ਔਰ ਮੈਂ ਚਾਹਾਂਗਾ ਕਿ ਤੁਸੀਂ ਇਸ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਕਿ ਰੋਪੜ ਜ਼ਿਲ੍ਹੇ ਦੇ ਨਾਲ ਸੰਬੰਧਿਤ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਹੈ ਔਰ ਇਸ ਏਰੀਆ ਇਹਦੀ ਸੀਕੁਐਂਸ ਕੀ ਹੈ, ਕਿਸ ਤਰੀਕੇ ਦੇ ਨਾਲ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਇਸ ਦਾ ਸਮਾਪਨ ਕਿਸ ਤਰ੍ਹਾਂ ਹੁੰਦਾ ਹੈ, ਸਾਡੇ ਸਰੋਤਿਆਂ ਨੂੰ ਜਾਣਕਾਰੀ ਜ਼ਰੂਰ ਦਿਓ। हाँ तजिंदर जी, वैसे तो अज दे जो हालात ने मैं देखना कि शायद अपने देश नालों बाहरले देशों में सिक्खी ज़्यादा प्रफुल्लित हो गई है। तुसी हुणे दस्सिया कि कनाडा सब जगह इंग्लैंड हर बहुत सारे देशों में तुहाडा चैनल देखिया जांदा, सानू भी पता असीं बहुत साडे लई सुभाग दी गल है। और फिर भी मैं संगतां नूं ये दसना चाहांगा कि ये जो सभा है ये परिवार विछोड़ा साहब सरसे दे तो ही शुरू हुंदी है, जिथों गुरु साहब परिवार विछड़िया सी अज दी तरीक तो। उस उपरंत ये सभा जाएगी गुरुद्वारा श्री पट्ठा साहब जी विखे, जो जड़ा कि स्थान गुरु साहब दे नीले पौड़ां दी चरण छो प्राप्त है। उस स्थान के उपर 3 दिन सभा जाएगी। उस तो उपरंत एक दिन लई गुरुद्वारा श्री ब्राह्मण माजरा, ब्राह्मणा माजरा बिल्कुल रोपड़ तो कराली रोड के उपर सिंह दे नेड़े पैंदा है, उत्थों नाल ही हटवा पिंड है ब्राह्मण माजरा। ठीक है जी।
ਉੱਥੇ ਜਾਏਗੀ। ਇੱਕ ਦਿਨ ਲਈ ਉੱਥੇ ਜਾਣ ਤੋਂ ਉਪਰੰਤ 3 ਦਿਨ ਲਈ ਇਹ ਸਭਾ ਚਮਕੌਰ ਸਾਹਿਬ ਵਿਖੇ ਸੁਸ਼ੋਭਿਤ ਹੁੰਦੀ ਹੈ। ਉੱਥੇ ਬਹੁਤ ਭਾਰੀ ਇਕੱਠ ਹੁੰਦਾ ਹੈ, ਸਭਾਵਾਂ ਹੁੰਦੀਆਂ ਨੇ, ਬਹੁਤ ਸਾਰੇ ਵਿਚਾਰ ਹੁੰਦੇ ਨੇ। ਉਪਰੰਤ ਫਿਰ ਇਹ ਸਭਾ ਮਾਛੀਵਾੜਾ ਸਾਹਿਬ ਤੋਂ ਹੁੰਦੀ ਹੋਈ ਅੰਤ ਵਿੱਚ ਜਾ ਕੇ 3 ਦਿਨਾਂ ਲਈ ਫਤਿਹਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦੀ ਹੈ, ਸਮਾਪਤ ਹੁੰਦੀ ਹੈ, ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨਵਾਬ ਵਜ਼ੀਰ ਖਾਨ ਵੱਲੋਂ ਸਰਹੰਦ ਦੀ ਦੀਵਾਰਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਉਸ ਸਥਾਨ ਦੇ ਉੱਪਰ ਆਖਰੀ ਦਿਨ ਪਾਲਕੀ ਸਾਹਿਬ ਨਿਕਲਦੀ ਹੈ, ਬਹੁਤ ਭਾਰੀ ਨਗਰ ਕੀਰਤਨ ਨਿਕਲਦਾ ਹੈ, ਇੰਨਾ ਜ਼ਿਆਦਾ ਇਕੱਠ ਹੁੰਦਾ ਹੈ। ਮੈਂ ਉਸ ਸਥਾਨ ਦੇ ਉੱਪਰ 20 ਸਾਲ ਦੇ ਕਰੀਬ ਅਸੀਂ ਸਰਹੰਦ ਵਿਖੇ ਰਹੇ ਹਾਂ ਔਰ ਉਹਨੂੰ ਮੈਂ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਸ਼ਾਇਦ ਤਿਲ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ। ਔਰ ਉਸ ਵੇਲੇ ਜੋ ਪਾਲਕੀ ਸਾਹਿਬ ਹੁੰਦੀ ਹੈ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਜਿਸ ਤਰ੍ਹਾਂ ਕਿ ਆਪਾਂ ਆਪਣੇ ਸਿੱਖੀਜ਼ਮ ਦੇ ਵਿੱਚ ਜਾਂ ਆਪਣੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਰੀਤ ਹੈ ਕਿ ਆਪਾਂ ਸ਼ਹਾਦਤ ਤੋਂ ਬਾਅਦ ਜਾਂ ਸਰੀਰ ਨੂੰ ਆਪਾਂ ਪ੍ਰਾਣ ਤਿਆਗ ਦੇਣ ਤੋਂ ਬਾਅਦ ਆਪਾਂ ਸੰਸਕਾਰ ਲੈ ਕੇ ਜਾਂਦੇ ਹਾਂ। ਤਾਂ ਸਾਹਿਬਜ਼ਾਦਿਆਂ ਦਾ ਜਿਹੜਾ ਸੰਸਕਾਰ ਸੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਜੀ ਵਿਖੇ ਕੀਤਾ ਗਿਆ ਸੀ। ਇੱਕ ਗੱਲ ਮੈਂ ਹੋਰ ਇਹਦੇ ਵਿੱਚ ਐਡ ਕਰ ਦੇਣੀ ਚਾਹੁੰਦਾ, ਸ਼ਾਇਦ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਦੁਨੀਆ ਦੀ ਸਭ ਤੋਂ ਕੀਮਤੀ ਜਗ੍ਹਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਉਹ ਥੋੜੀ ਜਗ੍ਹਾ ਹੈ, ਸ਼ਾਇਦ 6 ਜਾਂ 8 ਫੁੱਟ ਦੀ ਜਗ੍ਹਾ ਉਹ ਹੋਏਗੀ, ਜਿਹੜੀ ਦੀਵਾਨ ਟੋਡਰਮਲ ਜੀ ਨੇ सोने के सिक्के बिछा के नहीं, सोने के सिक्के खड़े करके चिण के, क्योंकि नवाब ने कहा सी संस्कार करने तां जगह देवांगे असीं दोनों साहिबजादियां लई जे तुसीं सोने दी मोहरां विछा दिओगे। बिल्कुल। फिर उन्हां दे मन दे विच मैल आई, जो दीवान टोडरमल ने वो मोहरां विछा दित्तियां, वो कहंदे नहीं इहनूं विछाणियां नहीं, खड़ियां करके रखो। सिक्के खड़े कर करके चिणे गए ते जी अज दी डेट दे विच जिन्ना सोना उस टाइम उत्थे गुरुद्वारा गुरु साहब दे साहिबजादियां दे संस्कार लई भेटा किया गया सी जगह खरीदण दे लई। जे अज उहदी कीमत पाई जाइए तो दोस्तों ये कीमत 250 करोड़ रुपए तो वध बनती है। शायद 8 या 10 फुट की हो या 7, 8, 10 फुट की जिन्नी भी जगह मिली सी उस समय, 250 करोड़ इन्नी जगह का मुल अज तक दुनिया च किसी भी दुनिया दे विच नहीं पिया है। ये सिक्खी दी एक मान मत्ता इतिहास है, गुरु साहब दी लासानी शहादत का इतिहास है ते उन्हां दियां फौजां दी कुर्बानियां दा इतिहास है। दूजी गल दीवान टोडरमल जी हुण आपां गल करदे सी कि गुरु साहब ने किसी फिरके लई तां नहीं जंग नहीं लड़ी। बिल्कुल जी बिल्कुल। दीवान टोडरमल जी तां सिख नहीं सन जी, उन्होंने क्यों साहिबजादियां दी उन्हां दे संस्कार दे लई अपने सारी जायदाद वार दित्ती। बिल्कुल जी। ਇਹ ਇੱਕ ਵਿਲੱਖਣ ਪਿਆਰ ਸੀ ਗੁਰੂ ਸਾਹਿਬ ਦੇ ਲਈ, ਵਿਲੱਖਣ ਉਹਨਾਂ ਦੀ ਜਿਹੜੀ ਇੱਜ਼ਤ ਸੀ, ਰਿਸਪੈਕਟ ਸੀ, ਉਹਨਾਂ ਲਈ ਜਿਹੜਾ ਪਿਆਰ ਸੀ, ਕਿਉਂਕਿ ਉਹ ਸਭ ਧਰਮਾਂ ਨੂੰ, ਸਭ ਕੌਮਾਂ ਨੂੰ, ਸਭ ਜਾਤ ਪਰਤਾ ਫਿਰਕਿਆਂ ਨੂੰ ਲੈ ਕੇ ਇੱਕੋ ਹਿਸਾਬ ਨਾਲ ਚੱਲਦੇ ਸਨ, ਇੱਕੋ ਰਾਹ ਤੇ ਚੱਲਦੇ ਸਨ, ਕੋਈ ਫਰਕ ਨਹੀਂ ਮਹਿਸੂਸ ਕਰਦੇ ਸਨ। ਉਸੇ ਤਰ੍ਹਾਂ ਸਾਰੀ ਸੰਗਤ ਵੀ ਉਹਨਾਂ ਨੂੰ ਪਿਆਰ ਕਰਦੀ ਸੀ। ਇਸ ਗੱਲ ਦੇ ਵਿੱਚ ਜੋੜ ਰਹੇ ਜੀ ਕਿ ਮਲੇਰਕੋਟਲਾ ਦੇ ਨਵਾਬ ਜਿਹੜੇ ਹੈ ਉਹਨਾਂ ਨੇ ਵੀ ਹਾ ਦਾ ਨਾਰਾ ਮਾਰਿਆ, ਉਹਨਾਂ ਨੇ ਵੀ ਹਾ ਦਾ ਨਾਰਾ ਮਾਰਿਆ ਸੀ, ਲੇਕਿਨ ਉਸ ਸਿਧਾਂਤ ਦੀ ਗੱਲ ਕੀਤੀ, ਉਹਨਾਂ ਨੇ ਹਾ ਦਾ ਨਾਰਾ ਮਾਰਿਆ। ਆਪਾਂ ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੀ, ਨਬੀ ਖਾਨ ਤੇ ਗਨੀ ਖਾਨ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ, ਪੂਰੀ ਮਦਦ ਕੀਤੀ ਸੀ ਜੀ। ਬਿਲਕੁਲ। ਔਰ ਆਪਣੇ ਆਪ ਨੂੰ ਸੇਵਕ ਦੇ ਤੌਰ ਤੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਕਿਹਾ ਉਹਨਾਂ ਨੇ। ਹਾਂਜੀ, ਉਹਨਾਂ ਨੇ ਉੱਚ ਦਾ ਪੀਰ ਕਿਹਾ ਸੀ। ਸਿੱਖੀਜ਼ਮ ਦੀ ਜਿਹੜੀ ਲੜਾਈ ਹੈ ਜਾਂ ਸੰਘਰਸ਼ ਹੈ ਜਾਂ ਸ਼ਹਾਦਤਾਂ ਦਾ ਇਤਿਹਾਸ ਹੈ, ਇਹ ਕਿਸੇ ਖਾਸ ਫਿਰਕੇ ਨਾਲ ਜੋੜਨਾ ਗਲਤ ਹੋਏਗਾ। ਸਰ ਸਿੱਖੀਜ਼ਮ ਦਾ ਤਾਂ ਮਤਲਬ ਹੀ ਮੇਰੇ ਹਿਸਾਬ ਨਾਲ, ਜੇ ਮੈਂ ਸੋਚ ਕੇ ਚੱਲਾਂ ਕਿ ਸ਼ਾਇਦ ਕਿਸੇ ਨੂੰ ਕੋਈ ਏਦਾਂ ਦਾ ਉਹ ਮਹਿਸੂਸ ਨਾ ਹੋਵੇ, ਇਹ ਤਾਂ ਦੁਨੀਆ ਤੇ ਸਿਖਾਉਣ ਵਾਲਾ ਇਤਿਹਾਸ ਹੈ ਸਾਰਿਆਂ ਨੂੰ। ਸਿੱਖਣਾ ਮਤਲਬ ਸਿੱਖਣਾ, ਮੈਂ ਤਾਂ ਕਹਿੰਦਾ ਇਹ ਸਿਖਾਉਣ ਵਾਲਾ ਇਤਿਹਾਸ ਹੈ। ਸਿੱਖੀ ਤੋਂ ਸਭ ਨੂੰ ਸੇਧ ਮਿਲਦੀ ਹੈ ਜੀ, ਹਰ ਸਭ ਨੂੰ ਸੇਧ ਮਿਲਦੀ ਹੈ। ਸ਼ਾਇਦ ਤੁਹਾਡੀ ਗੱਲ ਤੁਸੀਂ ਤੁਹਾਡੇ ਮਨ 'ਚ ਹੋਵੇ ਜਾਂ ਨਾ ਹੋਵੇ, ਮੈਂ ਦੱਸ ਦਿੰਦਾ ਤੁਹਾਨੂੰ। ਅਸੀਂ ਜਦੋਂ ਮੈਂ 7ਵੀਂ ਜਾਂ 8ਵੀਂ ਕਲਾਸ ਦੇ ਵਿੱਚ ਸੀ, ਅਸੀਂ ਗਰੁੱਪ ਮਿਸ਼ਨਰੀ ਦੀਆਂ ਕੁਝ ਕਲਾਸਾਂ ਲਗਾਉਂਦੇ ਹੁੰਦੇ ਸੀ। ਉਸ ਟਾਈਮ ਫੋਟੋਗ੍ਰਾਫੀ ਨਾਲ ਵਿਊਨ ਤੇ ਹੋਏ ਪ੍ਰੋਪਰਲੀ ਕਿਤਾਬ ਸਾਡੇ ਕੋਲ ਆਉਂਦੀ ਹੁੰਦੀ ਸੀ, ਮੈਗਜ਼ੀਨ ਆਉਂਦੇ ਸੀ, ਜਿਨ੍ਹਾਂ ਦੀ ਅੱਜ ਅਸੀਂ ਘਾਟ ਮਹਿਸੂਸ ਕਰਦੇ ਹਾਂ। ਉਹਦੇ ਵਿੱਚ ਇੱਕ ਚੈਪਟਰ ਆਉਂਦਾ ਸੀ, ਬੜੀ ਸੋਹਣੀ ਕਹਾਣੀ ਆਉਂਦੀ ਸੀ ਕਿ ਜਦੋਂ ਨਵਾਬ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਅੰਦਰ, ਕਿਲੇ ਦੇ ਅੰਦਰ ਬੁਲਾਇਆ, ਉਹਨਾਂ ਨੂੰ ਈਨ ਮਨਾਉਣ ਵਾਸਤੇ, ਮਨਾਉਣ ਲਈ ਉਹਨਾਂ ਨੇ ਕੀ ਕੀਤਾ
ਬਹੁਤ ਵੱਡੇ ਗੇਟ ਦੇ ਵਿੱਚੋਂ ਸਿਰਫ ਇੰਨਾ ਕੁ ਛੋਟਾ ਜਿਹਾ ਦਰਵਾਜ਼ਾ 6 ਫੁੱਟ ਦਾ 5 ਫੁੱਟ ਦਾ ਦਰਵਾਜ਼ਾ ਛੋਟਾ ਜਿਹਾ ਖੋਲ੍ਹਿਆ। ਉਹਨਾਂ ਨੂੰ ਸ਼ਾਇਦ ਲੱਗਿਆ ਕਿ ਜਦੋਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ 7 ਸੇ 9 ਸਾਲ ਸੀ, ਸ਼ਾਇਦ ਉਹ ਗੇਟ ਚੋਂ ਲੰਘਣ ਲੱਗੇ ਸਿਰ ਝੁਕਾ ਕੇ ਐਦਾਂ ਗੇਟ ਚੋਂ ਬਾਹਰ ਜਾਣਗੇ ਜੀ। ਪਰ ਉਹ ਗੁਰੂ ਦੀਆਂ ਫੌਜਾਂ, ਉਹ ਅੰਮ੍ਰਿਤ ਦੀ ਦਾਤ, ਉਹ ਸ਼ਕਤੀ, ਨੂਰਾਨੀ ਸ਼ਕਤੀ, ਗੁਰੂ ਸਾਹਿਬ ਦੇ ਉਹ ਸਾਹਿਬਜ਼ਾਦੇ ਜਦੋਂ ਅੰਦਰ ਐਂਟਰ ਹੋਣ ਲੱਗੇ, ਉਹਨਾਂ ਨੇ ਪਹਿਲਾਂ ਦੇਖਿਆ ਕਿ ਛੋਟਾ ਜਿਹਾ ਗੇਟ ਹੈ। ਉਹਨਾਂ ਨੇ ਸਿਰ ਝੁਕਾਉਣ ਦੀ ਬਜਾਏ ਪਹਿਲਾਂ ਆਪਣਾ ਸੱਜਾ ਪੈਰ ਅੰਦਰ ਰੱਖਿਆ ਤੇ ਧੌਣ ਉੱਚੀ ਕਰਕੇ ਐਦਾਂ ਜਾ ਕੇ ਅੰਦਰ ਉਹਨਾਂ ਨੇ ਜਦੋਂ ਐਂਟਰੀ ਲਈ ਸੀ ਤਾਂ ਨਵਾਬ ਤਾਂ ਉਸੇ ਸਮੇਂ ਸਮਝ ਗਿਆ ਸੀ ਇਹ ਸਾਡੇ ਕਾਬੂ ਆਉਣ ਵਾਲੀ ਕੌਮ ਨਹੀਂ ਹੈ। ਬਾਡੀ ਲੈਂਗੁਏਜ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਸੀਗਾ ਸਾਰਿਆਂ ਨੂੰ ਕਿ ਇਹ ਸਾਡੇ ਕੋਲ ਝੁਕਣੇ ਵਾਲੀ ਕੌਮ ਨਹੀਂ ਹੈ। ਉਸ ਸਮੇਂ ਜਕਾਰੇ ਬੋਲੇ ਗਏ ਸੀ ਜੀ। ਬਿਲਕੁਲ ਜੀ। ਜਿਹੜਾ ਜ਼ਾਲਮ ਹਾਕਮ ਹੁੰਦਾ ਉਸ ਨੂੰ ਲੱਗਦਾ ਕਿ ਮੈਂ ਸ਼ਾਇਦ ਇਸ ਦੁਨੀਆ 'ਚ ਪੱਕੇ ਤੌਰ ਤੇ ਬੈਠ ਗਿਆ। ਵਜ਼ੀਰ ਖਾਨ ਨੂੰ ਲੱਗ ਰਿਹਾ ਸੀਗਾ ਕਿ ਮੇਰੇ ਨਾਲ ਮੱਥਾ ਕੌਣ ਲਏਗਾ। ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੇ ਲਿਆ ਔਰ ਉਸ ਨੂੰ ਵੰਗਾਰਿਆ। ਔਰ ਅੱਗੇ ਜਾ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਬੰਦਾ ਬਹਾਦਰ ਸਾਹਿਬ ਨੇ, ਉਹਨਾਂ ਨੇ ਉਹੀ ਮੈਂ ਕਹਿਣ ਲੱਗਿਆ ਸੀ। ਫਿਰ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਉਹਨਾਂ ਦੀ ਖੜਕਾਈ ਤੇ ਉਹਨਾਂ ਦੀ ਸਲਤਨਤ ਨੂੰ ਨਿਸਤ-ਨਾਬੂਦ ਕਰ ਦਿੱਤਾ। ਮੈਂ ਜ਼ਰੂਰ ਜੋੜਾਂਗਾ ਜੀ। ਮੈਂ ਭਾਵਕ ਹਾਂ ਅੱਜ ਦੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਹੜੀ ਸਰਕਾਰ ਸੋਚ ਰਹੀ ਹੈ ਕਿ ਸ਼ਾਇਦ ਅਸੀਂ ਝੁਕਾ ਲਾਵਾਂਗੇ ਪੰਜਾਬੀਆਂ ਨੂੰ, ਸਿੱਖਾਂ ਨੂੰ। ਇਸ ਤਰ੍ਹਾਂ ਨਹੀਂ ਹੋ ਸਕਦਾ। ਸਾਡਾ ਇਤਿਹਾਸ ਪੜ੍ਹ ਕੇ ਦੇਖੋ ਔਰ ਬਹੁਤ ਮੁਸ਼ਕਲ ਕੰਮ ਹੈ ਕਿ ਤੁਸੀਂ ਸਾਡੇ ਤੇ ਜ਼ੁਲਮ ਕਰ ਲਓ ਤੇ ਅਸੀਂ ਸਹਿ ਲਈਏ। ਅਸੀਂ ਪੰਜਾਬੀ ਨਹੀਂ ਸਹਿ ਸਕਦੇ। ਤੇਜਿੰਦਰ ਜੀ, ਵੈਸੇ ਤਾਂ ਅੱਜ ਦੇ ਇਸ ਇਤਿਹਾਸ ਦੇ ਵਿੱਚ ਕਿਸਾਨ ਅੰਦੋਲਨ ਦਾ ਆਪਣਾ ਮੁੱਦਾ ਨਹੀਂ ਹੈ। ਤੁਸੀਂ ਫਿਰ ਜਾਣਬੁੱਝ ਕੇ ਤੁਸੀਂ ਕੁਐਸਚਨ ਪੁੱਛਦੇ ਹੋ, ਤੁਸੀਂ ਕੋਈ ਐਸੀ ਗੱਲ ਨਹੀਂ ਹੈ। ਉਹਦਾ ਮੈਂ ਤੁਹਾਨੂੰ ਇੱਕ ਸਿੰਪਲ ਜਵਾਬ ਦੇਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਲੜਾਈ ਜ਼ਾਲਮਾਂ ਦੇ ਖਿਲਾਫ ਸੀ, ਮੈਂ ਦੁਬਾਰਾ ਫਿਰ ਰਿਪੀਟ ਕਰਾਂਗਾ, ਜ਼ਾਲਮਾਂ ਦੇ ਖਿਲਾਫ ਸੀ, ਕਿਸੇ ਇੱਕ ਇਨਸਾਨ ਦੇ ਖਿਲਾਫ ਨਹੀਂ ਸੀ, ਕਿਸੇ ਕੌਮ ਦੇ ਖਿਲਾਫ ਨਹੀਂ ਸੀ। ਉਸੇ ਤਰ੍ਹਾਂ ਹੀ ਕਿਸਾਨੀ ਅੰਦੋਲਨ ਵੀ ਅੱਜ ਜਿਹੜਾ ਚੱਲ ਰਿਹਾ ਹੈ ਉਹ ਵੀ ਸਿਰਫ ਜ਼ਾਲਮ ਹਕੂਮਤ ਤੇ ਉਹਨਾਂ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਹੈ। ਔਰ ਇਹ ਕਿਸੇ ਪਰਸਨਲੀ ਕਿਸੇ ਦੇ ਜਾਤੀ ਦੇ ਖਿਲਾਫ ਨਹੀਂ ਹੈ। ਇਸੇ ਕਰਕੇ ਸਾਰੀ ਜਾਤਾਂ ਧਰਮਾਂ ਦੇ ਲੋਕ ਉੱਥੇ ਇਕੱਠੇ ਹੋ ਕੇ ਬੈਠੇ ਨੇ ਔਰ ਬੜਾ ਪੀਸਫੁਲ ਚੱਲ ਰਿਹਾ ਜੀ। ਤੁਸੀਂ ਹੈਰਾਨ ਰਹੋਗੇ ਜੋ ਸਭਾ ਦੇ ਵਿੱਚ ਹੁੰਦਾ। ਦੇਖੋ ਪੋਹ ਦਾ ਮਹੀਨਾ ਆ ਗਿਆ, ਧੁੰਦ ਪੈ ਰਹੀ ਹੈ। ਅੱਜ ਦੇਖੋ ਤਕਰੀਬਨ ਦੁਪਹਿਰ 4 ਵਜੇ ਦਾ ਸਮਾਂ ਚੱਲਿਆ, 3 ਵਜੇ ਦਾ, ਹਾਲੇ ਤੱਕ ਸੂਰਜ ਨਹੀਂ ਨਿਕਲਿਆ। ਆਪਾਂ ਯਾਦ ਕਰੀਏ ਕਿ ਅਹੀਆਂ ਠੰਡੀਆਂ ਰਾਤਾਂ ਨੂੰ ਮਾਤਾ ਗੁਜਰੀ ਨੇ ਕਿਵੇਂ ਠੰਡੇ ਬੁਰਜ ਦੇ ਵਿੱਚ ਜਾ ਕੇ ਬਿਤਾਇਆ ਸੀ, ਜਿਹਦੇ ਵਿੱਚ ਕੋਈ ਤਾਕੀਆਂ ਵੀ ਨਹੀਂ ਹੁੰਦੀਆਂ ਸੀ। ਉੱਪਰ ਬੁਰਜ ਦੇ ਵਿੱਚ ਬਿਠਾ ਦੇਣਾ, ਠੀਕ ਹੈ ਜੀ, ਸਾਹਿਬਜ਼ਾਦਿਆਂ ਦੇ ਨਾਲ। ਔਰ ਉਹੀ ਜੋ ਸਿੱਖਿਆ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਸਿੱਖੀ ਕੀ ਹੈ, ਸਿੱਖੀ ਤੋਂ ਸਿੱਖਿਆ ਦੇਣ ਵਾਲੀ ਸੇਧ ਹੈ ਸਿੱਖੀ ਇੱਕ। ਬਿਲਕੁਲ ਜੀ। ਅੱਜ ਉਹੀ ਸਿੱਖੀ ਤੋਂ ਹੀ, ਪੰਜਾਬ ਤੋਂ ਹੀ, ਉੱਥੇ ਵੀ ਪਹਿਲ ਸਾਰੀ ਪੰਜਾਬ ਨੇ ਕੀਤੀ ਹੈ ਤੇ ਸਾਰਾ ਦੇਸ਼ ਇਕਜੁੱਟ ਹੋ ਗਿਆ। ਸ਼ਾਇਦ ਪਹਿਲਾਂ ਸਾਰੇ ਸੋਚਦੇ ਸੀ ਕੌਣ ਅੱਗੇ ਵਧੂਗਾ। ਇਹ ਗੁਰਾਂ ਦੀ ਦਾਤ ਹੈ ਜੀ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਤੱਕ। ਯਾਰ ਮੈਂ ਤਾਂ ਬਹੁਤ ਭਾਗਾਂ ਵਾਲਾ ਜੀ। ਮੈਨੂੰ ਤਾਂ ਗੁਰੂ ਸਾਹਿਬਾਂ ਨੇ ਦਾਤ ਹੀ ਬਖਸ਼ੀ ਹੋਈ ਹੈ। ਤੇਜਿੰਦਰ ਜੀ, ਮੇਰਾ ਤਾਂ ਜਨਮ ਹੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਗੁਰਪੁਰਬ ਦਾ ਜੀ। ਉਹ ਵੀ ਹਾਂਜੀ, ਤਕਰੀਬਨ ਪੂਰਨਮਾਸ਼ੀ 500 ਸਾਲਾ 1969 ਦਾ ਹੈ ਤੇ ਉਹ ਵੀ ਗੁਰੂ ਦੀ ਚਰਨ ਛੋਹ ਪ੍ਰਾਪਤ ਸਥਾਨ ਸੁਲਤਾਨਪੁਰ ਲੋਧੀ ਦਾ ਜੀ। ਮੈਂ ਤਾਂ ਬਹੁਤ ਭਾਗਾਂ ਵਾਲਾ ਹਾਂ ਤੇ ਅੱਜ ਤੁਸੀਂ ਮੈਨੂੰ ਸੰਗਤ ਦੇ ਰੂਬਰੂ ਕੀਤਾ। ਮੈਂ ਤਾਂ ਚੋਰੀ ਲਿਖਦਾ ਰਹਿਣਾ ਹੁੰਦਾ, ਕਦੇ ਆਪੇ ਬੋਲਦਾ ਰਹਿਣਾ। ਮੇਰੇ ਕੋਲ ਕਾਫੀ ਬਹੁਤ ਲਿਟਰੇਚਰ ਲਿਖਿਆ ਹੋਇਆ, ਪਰ ਰੂਬਰੂ ਤੁਸੀਂ ਅੱਜ ਪਹਿਲੀ ਵਾਰ ਕੀਤਾ ਤੇ ਮੈਂ ਤੁਹਾਡਾ ਬਹੁਤ ਹੀ ਇਸ ਲਈ ਧੰਨਵਾਦ ਹਾਂ ਤੁਹਾਡਾ ਬਹੁਤ। ਦੇਖੋ ਸਾਡੀ ਬੱਲੇ ਬੱਲੇ ਰੇਡੀ ਦੀ ਟੀਮ ਜਿਹੜੀ ਹੈ ਬੜੀ ਅਸੀਂ ਲਿਟਰੇਰੀ ਕੰਮ ਕਰਦੇ ਹਾਂ। ਸਾਡੇ ਚੈਨਲ ਦੇ ਵਿੱਚ ਅਸੀਂ ਰਾਈਟਰਸ ਨੂੰ ਖਾਸ ਤੌਰ ਤੇ ਤਰਜੀਹ ਦਿੰਦੇ ਹਾਂ ਕਿਉਂਕਿ ਰਾਈਟਰਸ ਜਿਹੜੇ ਨੇ ਤੁਹਾਡੇ ਵਰਗੇ ਲੇਖਕ ਤੇ ਬੁੱਧੀਜੀਵੀ ਵਰਗ ਦੇ ਲੋਕ ਨੇ, ਇਹ ਸਮਾਜ ਨੂੰ ਸੇਧ ਦਿੰਦੇ ਨੇ ਔਰ ਆਉਣ ਵਾਲੀ ਜਨਰੇਸ਼ਨ ਨੂੰ ਜੋੜੀ ਰੱਖਦੇ ਨੇ ਇਤਿਹਾਸ ਨਾਲ, ਵਿਰਸੇ ਦੇ ਨਾਲ। ਤਾਂ ਇਸ ਕਰਕੇ ਅਸੀਂ ਤਾਂ ਤੁਹਾਨੂੰ ਲੱਭ ਲਿਆ ਜੀ। ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਜੀ। ਮੇਰੇ ਜ਼ਿਹਨ 'ਚ ਕਈ ਵਾਰ ਆਉਂਦਾ ਹੈ ਜੀ, ਤੁਹਾਡਾ ਇਸ ਬਾਰੇ ਕੀ ਸੋਚ ਹੈ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨੂੰ ਮਾਈਕਲ ਜੈਕਸਨ ਬਾਰੇ ਤਾਂ ਬਹੁਤ ਕੁਝ ਪਤਾ ਹੈ, ਉਹਨੂੰ ਬਾਲੀਵੁੱਡ ਬਾਰੇ ਬਹੁਤ ਕੁਝ ਪਤਾ ਹੈ, ਉਸ ਨੂੰ ਹੋਰ ਕ੍ਰਿਕਟਰਸ ਬਾਰੇ ਬਹੁਤ ਕੁਝ ਪਤਾ ਹੈ, ਲੇਕਿਨ ਜੇਕਰ ਜਿਵੇਂ ਅੱਜ ਦਾ ਅਸੀਂ ਪ੍ਰੋਗਰਾਮ ਉਲੀਕਿਆ ਹੈ ਸਭਾ ਦਾ, ਇਸ ਸ਼ਹੀਦੀ ਜੋੜ ਮੇਲੇ ਦਾ, ਇਹ ਇਤਿਹਾਸ ਤੋਂ ਬੇਮੁਖ ਕਿਉਂ ਹੋ ਰਹੇ ਨੇ, ਜਾਂ ਉਹ ਬੇਮੁਖ ਹੋ ਰਹੇ ਨੇ ਜਾਂ ਨਹੀਂ ਹੋ ਰਹੇ? ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਤੁਸੀਂ ਕੀ ਸੋਚਦੇ ਹੋ?
ਤਜਿੰਦਰ ਜੀ, ਇਹ ਬਹੁਤ ਹੀ ਦੁਖਦਾਈ ਗੱਲ ਹੈ। ਸ਼ਾਇਦ ਤੁਸੀਂ ਇਹ ਤੰਦਾਂ ਨਾ ਛੇੜੀਆਂ ਹੁੰਦੀਆਂ, ਕਿਉਂਕਿ ਇਹ ਤੰਦਾਂ ਦੇ ਉੱਪਰ ਜੋ ਤੁਸੀਂ ਇਹ ਤੰਦ ਛੇੜੀ ਹੈ, ਇਹਦੇ ਉੱਪਰ ਬੋਲਣ ਲਈ ਬਹੁਤ ਕੁਝ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਆਪਾਂ ਕਿਸੇ ਹੋਰ ਦਿਨ ਇਹਦੇ ਉੱਪਰ ਵਿਚਾਰ ਕਰਾਂਗੇ। ਪਰ ਇੱਕ ਗੱਲ ਜ਼ਰੂਰ ਹੈ, ਜੋ ਅੰਦੋਲਨ ਅੱਜ ਚੱਲ ਰਿਹਾ, ਇਸ ਤੋਂ ਬਾਅਦ ਇਹ ਲੜੀ ਚੇਂਜ ਹੋਏਗੀ। ਇਹ ਚੇਂਜ ਹੋਏਗੀ ਲੜੀ, ਜੋ ਹੋ ਰਿਹਾ ਠੀਕ ਹੋ ਰਿਹਾ ਹੈ। ਜੋ ਠੀਕ ਲੜੀ ਚੇਂਜ ਹੋਏਗੀ। ਉਹਦਾ ਕਾਰਨ ਸਭ ਤੋਂ ਵੱਡੀ ਗੱਲ ਕੀ ਹੈ, ਪਹਿਲਾਂ ਤਾਂ ਕਈ ਵਾਰੀ ਇਹ ਹੁੰਦਾ ਸੀ ਕਿ ਕੋਈ ਫਤਿਹਗੜ੍ਹ ਸਾਹਿਬ ਜਾ ਰਿਹਾ, ਸਭਾ ਦੇ ਵਿੱਚ ਜਾ ਰਿਹਾ ਕੋਈ, ਉਹ ਸਿਰਫ ਕਿਸ ਚੀਜ਼ ਲਈ ਜਾਂਦੇ ਨੇ? ਮੇਲਾ ਦੇਖਣ ਲਈ ਜਾਂਦੇ ਨੇ ਜੀ। ਉੱਥੇ ਝੂਲੇ ਲੱਗੇ ਹੋਏ ਨੇ, ਝੂਲੇ ਝੂਟਣ ਲਈ ਜਾਣਾ ਜੀ। ਉੱਥੇ ਲੋਕਾਂ ਨੇ ਉਹ ਪੀਪਣੀਆਂ, ਗੁਬਾਰੇ ਮੂੰਹ 'ਚ ਫੁਲਾ ਕੇ ਜਾਣਾ ਜੀ। ਪਰ ਹੁਣ ਇਹ ਚੀਜ਼ ਦੀ ਸਮਝ ਆਣੀ ਚਾਹੀਦੀ ਹੈ, ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਆਪਾਂ ਕੋਈ ਕਿਸੇ ਖੁਸ਼ੀਆਂ ਦਾ ਦਿਹਾੜਾ ਮਨਾਉਣ ਲਈ ਜਾ ਰਹੇ ਹਾਂ। ਆਪਾਂ ਉੱਥੇ ਗੁਰੂ ਸਾਹਿਬ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਜਾਂਦੇ ਹਾਂ। ਆਪਾਂ ਇਹ ਸਾਡੇ ਲਈ ਸੋਗਮਈ ਤੇ ਵਿਰਾਗਮਈ ਦਿਵਸ ਨੇ, ਨਾ ਕਿ ਸਾਡੇ ਲਈ ਜਸ਼ਨਾਂ ਦੇ ਦਿਵਸ ਨੇ। ਬਿਲਕੁਲ। ਦੂਸਰੀ ਗੱਲ ਮੈਂ ਜੋੜਨੀ ਚਾਹਾਂਗਾ ਇਹਦੇ ਵਿੱਚ, 4 ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਥੋੜੇ ਇੱਕ ਹਫਤੇ ਦੇ ਅੰਤਰਾਲ ਦੇ ਵਿੱਚ ਹੀ। ਚਮਕੌਰ ਦੀ ਗੜੀ 3 4 5 7 ਦਿਨ ਦੇ ਬਾਅਦ ਹੀ ਸਰਹੰਦ ਦੀ ਦੀਵਾਰ। ਮੈਂ ਚਾਹੁੰਦਾ ਅੱਜ ਦੇ ਬੱਚਿਆਂ ਨੂੰ ਸ਼ਾਇਦ ਕ੍ਰਿਸਮਸ ਬਾਰੇ ਤਾਂ ਸਭ ਨੂੰ ਪਤਾ ਹੈ। ਬਿਲਕੁਲ। ਠੀਕ ਹੈ ਜੀ, ਕ੍ਰਿਸਮਸ ਬਾਰੇ ਤਾਂ ਸਭ ਨੂੰ ਪਤਾ ਹੈ ਬੱਚਿਆਂ ਨੂੰ, ਲੇਕਿਨ ਗੁਰੂ ਸਾਹਿਬ ਦੇ ਇਹਨਾਂ ਛੋਟੇ ਛੋਟੇ ਬੱਚਿਆਂ ਦੀ ਸ਼ਹਾਦਤ ਬਾਰੇ ਨਹੀਂ ਪਤਾ। ਇਹਦੇ ਲਈ ਸਰਕਾਰਾਂ ਨੂੰ, ਆਪਾਂ ਨੂੰ ਵੈਸਟਰਨਾਈਜੇਸ਼ਨ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਸਰਕਾਰਾਂ ਨੂੰ, ਆਪਣੀਆਂ ਸਟੇਟਾਂ ਦੀਆਂ ਸਰਕਾਰਾਂ ਨੂੰ, ਰਾਜ ਸਰਕਾਰਾਂ ਨੂੰ ਕੁਝ ਐਦਾਂ ਦਾ ਕਰਨਾ ਚਾਹੀਦਾ ਹੈ ਕਿ ਬਾਲ ਦਿਵਸ ਇਹੋ ਜਿਹੇ ਦਿਨਾਂ ਤੇ ਮਨਾਏ ਜਾਣ, ਇਹੋ ਜਿਹੇ ਯੋਧਿਆਂ ਨੂੰ, ਇਹੋ ਜਿਹੇ ਸੂਰਵੀਰ ਬੱਚਿਆਂ ਨੂੰ ਜਿਨ੍ਹਾਂ ਨੇ ਆਕੜ ਕੇ ਸ਼ਹੀਦੀ ਦੇ ਦਿੱਤੀ। ਲੋ ਜੀ ਅਸੀਂ ਆ ਗਏ ਹਾਂ, ਤੁਸੀਂ ਸਾਨੂੰ ਸ਼ਹੀਦ ਕਰ ਦਿਓ। ਉਹ ਦਿਨ ਬਾਲ ਦਿਵਸ ਵਜੋਂ ਮਨਾਉਣੇ ਚਾਹੀਦੇ ਨੇ। ਇਹ ਮੇਰੀ ਆਪਣੀ ਨਿੱਜੀ ਸੋਚ ਹੈ। ਮੈਂ ਕਿਸੇ ਦੀ ਸੋਚ ਨਾਲ ਮੁਖਾਲਫਤ ਨਹੀਂ ਹੁੰਦਾ, ਨਾ ਹੀ ਕਿਸੇ ਦੀ ਮੁਖਾਲਫਤ ਕਰਦਾ ਹਾਂ। ਹਰ ਇਨਸਾਨ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਤੇ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਬਿਲਕੁਲ ਜੀ। 25 ਦਸੰਬਰ ਨੂੰ ਸਿਰਫ ਅਸੀਂ ਕ੍ਰਿਸਮਸ ਦੇ ਨਾਲ ਹੀ ਜੋੜ ਕੇ ਨਹੀਂ ਰੱਖ ਸਕਦੇ। ਅਸੀਂ ਨਹੀਂ ਕਹਿੰਦੇ ਕਿ ਕ੍ਰਿਸਮਸ ਨਾ ਮਨਾਈ ਜਾਏ, ਸ਼ਰਧਾ ਹਰੇਕ ਧਰਮ ਦੇ ਵਿੱਚ ਹੈ ਸਾਡੀ। ਪਰ ਇਹ ਗੱਲ ਠੀਕ ਹੈ ਕਿ ਇਹਨਾਂ ਦਿਨਾਂ ਨੂੰ, ਇਹ ਪੋਹ ਦੀ ਸਰਦੀ ਦੇ ਦਿਨਾਂ ਨੂੰ ਦੇਖਦੇ ਹੋਏ ਸਾਨੂੰ ਸੈਲੀਬ੍ਰੇਸ਼ਨ ਕਰਨ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਨਮਨ ਕਰਨਾ ਚਾਹੀਦਾ ਹੈ। ਪਰਿਵਾਰਾਂ ਦੇ ਵਿੱਚ ਮਾਵਾਂ ਨੂੰ, ਟੀਚਰਸ ਨੂੰ ਅਤੇ ਵਡੇਰਿਆਂ ਨੂੰ ਜਿਹੜਾ ਹੈ, ਇਹ ਗੱਲਬਾਤ ਜਿਹੜੀ ਬੱਚਿਆਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ, ਜ਼ਰੂਰ ਕਰਨੀ ਚਾਹੀਦੀ ਹੈ ਜੀ। ਕਿਉਂਕਿ ਜਿੰਨਾ ਆਪਾਂ ਇਤਿਹਾਸ ਵੰਡਾਂਗੇ ਜੀ, ਓਨਾ ਹੀ ਇਹਦਾ ਸਹੀ ਸੁਨੇਹਾ ਆਪਣੇ ਬੱਚਿਆਂ ਵਿੱਚ ਜਾਏਗਾ, ਤਾਂ ਕਿ ਉਹ ਅੱਗੇ ਨੂੰ ਇਸ ਵਿਰਸੇ ਨੂੰ ਸੰਭਾਲ ਸਕਣ। ਵਿਰਸੇ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ। ਬਿਲਕੁਲ ਜੀ। ਅਸੀਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਅੱਜ ਦੇ ਇਸ ਮੌਕੇ ਤੇ। ਔਰ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਤੋਂ ਕਿੱਥੇ ਜਾਵਾਂਗੇ ਜੀ? ਤੇਜਿੰਦਰ ਜੀ, ਹੁਣ ਆਪਾਂ ਗੁਰਦੁਆਰਾ ਪਰਿਵਾਰ ਛੇੜਾ ਤੋਂ ਬਾਅਦ ਸਾਡਾ ਜੋ ਅਗਲਾ ਪੜਾਅ ਹੈ, ਸਭਾ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ, ਜੋ ਕਿ ਮੈਂ ਦੱਸਿਆ ਪਹਿਲਾਂ ਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਤੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਤੋਂ ਬਾਅਦ ਸਭਾ ਉੱਥੇ ਜਾਂਦੀ ਹੈ। ਆਪਾਂ ਵੀ ਗੁਰਦੁਆਰਾ ਸਾਹਿਬ ਸ਼੍ਰੀ ਪੱਠਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਚੱਲਾਂਗੇ। ਆਓ ਆਪਾਂ ਸੰਗਤ ਨੂੰ ਗੁਰਦੁਆਰਾ ਪੱਠਾ ਸਾਹਿਬ ਦੇ ਦਰਸ਼ਨ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਦੂਸਰੇ ਪੜਾਅ ਤੇ ਅੱਜ ਪਹੁੰਚੇ ਹਾਂ। ਸਭਾ ਦਾ ਦੂਸਰਾ ਪੜਾਅ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਰੋਪੜ ਵਿਖੇ। ਇਹ ਸਥਾਨ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਤਿਹਾਸ ਦੱਸਦਾ ਹੈ ਕਿ ਇੱਕ ਵਾਰ ਗੁਰੂ ਗੋਬਿੰਦ ਸਾਹਿਬ ਇਸ ਇਲਾਕੇ ਵਿੱਚੋਂ ਨਿਕਲ ਰਹੇ ਸਨ ਆਪਣੇ ਜਥੇ ਸਮੇਤ। ਇਸ ਜਗ੍ਹਾ ਤੇ ਪੱਠਾ ਸੀ ਤੇ ਨਾਲੋਂ ਛੋਟਾ ਰਸਤਾ ਨਿਕਲਦਾ ਸੀ, ਲੇਕਿਨ ਪਠਾਣਾ ਨੇ, ਜਿਨ੍ਹਾਂ ਦਾ ਪੱਠਾ ਸੀ, ਉਹਨਾਂ ਨੇ ਗੁਰੂ ਸਾਹਿਬ ਨੂੰ ਰਸਤਾ ਦੇਣ ਲਈ ਅਣਜਾਣੇ ਵਿੱਚ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਤੁਹਾਨੂੰ ਰਾਹ ਨਹੀਂ ਦੇ ਸਕਦੇ, ਜੇ ਤੁਸੀਂ ਲੰਘਣਾ ਹੈ ਤਾਂ ਪੱਠੇ ਦੇ ਵਿੱਚੋਂ। ਉਹਨਾਂ ਨੇ ਹਾਸੀ ਵਿੱਚ ਕਿਹਾ, ਜਿਸ ਤਰ੍ਹਾਂ ਮਰਜ਼ੀ ਕਿਹਾ, ਕਿ ਤੁਸੀਂ ਪੱਠੇ ਦੇ ਵਿੱਚੋਂ ਹੋ ਕੇ ਲੰਘ ਜਾਓ, ਜੋ ਕਿ ਪੱਠਾ ਉਸ ਸਮੇਂ ਪੂਰੀ ਜਲਾਅ ਦੇ ਵਿੱਚ ਜਗ ਰਿਹਾ ਸੀ, ਬਲ ਰਿਹਾ ਸੀ, ਤਪ ਰਿਹਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਗੱਲ ਸੁਣੀ
ਤਾਂ ਉਹਨਾਂ ਨੇ 7 ਵਚਨ ਆਖਦੇ ਹੋਏ ਆਪਣੇ ਘੋੜੇ ਦੀ ਲਗਾਮ ਖਿੱਚੀ ਅਤੇ ਨੀਲੇ ਘੋੜੇ ਨੂੰ ਪੱਠੇ ਦੇ ਵਿੱਚ ਉਤਾਰ ਦਿੱਤਾ। ਜਦੋਂ ਨੀਲੇ ਘੋੜੇ ਦੇ ਪੌੜ ਉਸ ਪੱਠੇ ਦੀ ਤਪਦੀ ਜਗ੍ਹਾ ਨੂੰ ਛੂਏ, ਪੱਠਾ ਇੱਕਦਮ ਬਰਫ਼ ਵਾਂਗ ਸਾਰਾ ਪੱਠਾ ਸ਼ਾਂਤ ਹੋ ਗਿਆ ਔਰ ਇਸ ਪਿੱਛੋਂ ਪਠਾਨ ਗੁਰੂ ਜੀ ਦੇ ਪੈਰੀਂ ਪੈ ਗਏ ਕਿ ਗੁਰੂ ਜੀ ਸਾਨੂੰ ਮਾਫ ਕਰ ਦਿਓ, ਸਾਨੂੰ ਪਤਾ ਨਹੀਂ ਸੀ। ਇਸ ਉਪਰੰਤ ਗੁਰੂ ਜੀ ਨੇ ਇਹ ਜੋ ਅਸਥਾਨ ਹੈ ਉਹਨਾਂ ਦੀ ਯਾਦ ਵਿੱਚ ਸਮਰਪਿਤ ਹੋਇਆ। ਬਾਬਾ ਜੂਨ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਕੀਤੀ ਅਤੇ ਗੁਰੂ ਜੀ ਨੇ ਕੋਟਲੇ ਦੇ ਪਠਾਨਾਂ ਨੂੰ ਕੁਝ ਸ਼ਸਤਰ ਵੀ ਨਿਸ਼ਾਨੀ ਵਜੋਂ ਦਿੱਤੇ। ਕਟਾਰ ਸਾਹਿਬ, ਕਿਰਪਾਨ ਸਾਹਿਬ, ਜੋ ਅੱਜ ਵੀ ਗੁਰੂ ਸਾਹਿਬ ਦੇ ਅੰਦਰ ਉੱਪਰ ਦਰਬਾਰ ਸਥਾਨ ਦੇ ਵਿੱਚ ਸੁਸ਼ੋਭਿਤ ਹੈ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਕੇ ਗੁਰੂ ਸਾਹਿਬ ਦੇ ਨੀਲੇ ਘੋੜੇ ਦੇ ਪੌੜਾਂ ਨੂੰ ਅਤੇ ਉਹਨਾਂ ਵੱਲੋਂ ਬਖਸ਼ੇ ਹੋਏ ਇਹਨਾਂ ਸ਼ਸਤਰਾਂ ਨੂੰ ਆ ਕੇ ਨਮਸਤਕ ਹੁੰਦੀਆਂ ਹਨ, ਉਹਨਾਂ ਦੇ ਦਰਸ਼ਨ ਕਰਦੀਆਂ ਹਨ। ਮੈਂ ਚਾਹਾਂਗਾ ਜੀ ਤੁਸੀਂ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਸਭਾ ਦਾ ਦੂਸਰਾ ਪੜਾਅ ਹੈ ਔਰ ਇਸ ਪੜਾਅ ਦੇ ਵਿੱਚ ਜਿਹੜਾ ਹੈ ਕਿਹੜੀਆਂ ਮਿਤੀਆਂ ਨੂੰ ਜਿਹੜੀ ਹੈ ਇਹ ਸਭਾ ਇੱਥੇ ਇਕੱਤਰ ਹੋਈ ਹੈ। ਇਹ ਜੋ ਪੜਾਅ ਜੀ ਸਭਾ ਦਾ ਜੀ, ਇਹ ਜਿਸ ਤਰ੍ਹਾਂ 13, 14, 15 ਦਸੰਬਰ ਇਹ ਸਭਾ ਸ਼ੁਰੂ ਹੁੰਦੀ ਹੈ ਜੀ ਪਰਿਵਾਰ ਵਿਛੋੜਾ ਸਾਹਿਬ ਤੋਂ, ਜਿੱਥੋਂ ਆਪਾਂ ਪਹਿਲਾਂ ਸਾਰਾ ਦਰਸ਼ਨ ਕਰਕੇ ਆਏ ਹਾਂ। ਉਪਰੰਤ 16, 17, 18 ਦਸੰਬਰ 3 ਦਿਨ ਲਈ ਇਹ ਸਭਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਜੀ ਵਿਖੇ ਇਹ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤ ਵੱਲੋਂ ਮਨਾਈ ਜਾਂਦੀ ਹੈ। ਇਸ ਤੋਂ ਉਪਰੰਤ ਇੱਕ ਦਿਨ ਲਈ ਸਭਾ ਬ੍ਰਾਹਮਣ ਮਾਜਰਾ, ਜੋ ਕਿ ਇੱਥੋਂ 10 ਕਿਲੋਮੀਟਰ ਤੇ ਅਸਥਾਨ ਸੁਸ਼ੋਭਿਤ ਹੈ, ਉੱਥੇ ਮਨਾਈ ਜਾਂਦੀ ਹੈ। ਉਪਰੰਤ ਚਮਕੌਰ ਸਾਹਿਬ ਤੇ ਮਾਛੀਵਾੜਾ ਹੁੰਦੇ ਹੋਏ ਅੰਤ ਵਿੱਚ ਸਭਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਕਿ ਸਰਹੰਦ ਦੀ ਦੀਵਾਰ ਸੁਸ਼ੋਭਿਤ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚੜਵਾਇਆ ਗਿਆ ਸੀ, ਉਸ ਜਗ੍ਹਾ ਤੇ ਸਭਾ ਅੱਗ ਜਾ ਕੇ ਸਮਾਪਤ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਔਰ ਹੁਣ ਅਸੀਂ ਅੱਗੇ ਸਾਡਾ ਪ੍ਰਸਥਾਨ ਕਿਸ ਗੁਰਦੁਆਰਾ ਸਾਹਿਬ ਵੱਲ ਹੋਏਗਾ? ਚਮਕੌਰ ਬ੍ਰਾਹਮਣ ਮਾਜਰਾ, ਚਮਕੌਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ। इतिहास गुरुद्वारा गुरुगढ़ साहिब पातशाही 10वीं ब्राह्मण माजरा। सरसा नदी ਦੇ ਭਿਆਨਕ ਜੰਗ ਉਪਰੰਤ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਵਿਛੜ ਗਿਆ। ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਸਣੇ ਸੰਕਟ ਸਹਾਰਦੇ ਹੋਏ ਸਰਹੰਦ ਪੁੱਜ ਗਏ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਕੋਟਲਾ ਨਿਹੰਗ ਵਿਖੇ ਪੱਠਾ ਠੰਡਾ ਕਰਨ ਉਪਰੰਤ ਇਸ ਪਾਵਨ ਅਸਥਾਨ ਗੁਰਦੁਆਰਾ ਗੁਰੂਗੜ੍ਹ ਸਾਹਿਬ ਪਿੰਡ ਬ੍ਰਾਹਮਣ ਮਾਜਰਾ ਵਿਖੇ ਪਧਾਰੇ। ਇੱਕ ਰਾਤ ਦੇ ਵਿਸ਼ਰਾਮ ਉਪਰੰਤ ਜਿਸ ਪਵਿੱਤਰ ਖੂਹ ਤੇ ਸਤਿਗੁਰੂ ਨੇ ਸਾਰੇ ਜੱਥੇ ਸਹਿਤ ਇਸ਼ਨਾਨ ਕੀਤਾ, ਉਹ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਵਿੱਚ ਅੱਜ ਵੀ ਸੁੰਦਰ ਬੌਲੀ ਸਾਹਿਬ ਦੇ ਰੂਪ ਵਿੱਚ ਸੁਭਾਇਮਾਨ ਹੈ। ਆਸਾਂ ਜੀ ਦੀ ਵਾਰ ਦੇ ਭੋਗ ਉਪਰੰਤ ਸਤਿਗੁਰ ਜੱਥੇ ਸਹਿਤ ਬੂਰ ਮਾਜਰਾ ਪਿੰਡ ਲਈ ਚਲੇ ਗਏ। ਇਸ ਯਾਦ ਦੇ ਸਬੰਧ ਵਿੱਚ ਇੱਥੇ ਹਰ ਸਾਲ 4, 5, 6 ਪੋਹ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਸਮੂਹ ਇਲਾਕੇ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇੱਥੇ ਹਰ ਸੰਗਰਾਂਦ ਤੇ ਮੱਸਿਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ ਅਤੇ ਸੰਗਤਾਂ ਕਥਾ ਅਤੇ ਕੀਰਤਨ ਦਾ ਆਨੰਦ ਮਾਣਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਚੌਥੇ ਪੜਾਅ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ, ਜਿੱਥੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮੁਗਲਾਂ ਨਾਲ ਲੜਦੇ ਹੋਏ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾ ਗਏ ਸਨ। ਇਹ ਸਥਾਨ ਉਹ ਪਵਿੱਤਰ ਸਥਾਨ ਹੈ ਅਤੇ ਸਭਾ ਜਿਸ ਯਾਤਰਾ ਦੇ ਨਾਲ ਆਪਾਂ ਅੱਜ ਉਹ ਇਤਿਹਾਸ ਲੈ ਕੇ ਚੱਲ ਰਹੇ ਹਾਂ, ਇਹ ਸਭਾ 20, 21 ਤੇ 22 ਦਸੰਬਰ 2020 ਨੂੰ ਇਸ ਸਥਾਨ ਤੇ ਉਸ ਸਭਾ ਦੇ ਸਮਾਗਮ ਹੋਣਗੇ
ਔਰ ਸਿੱਖ ਸੰਗਤ ਤੇ ਸਾਰੇ ਧਰਮਾਂ ਦੀ ਸੰਗਤ ਇਸ ਜਗ੍ਹਾ ਤੇ ਇਕੱਠੀ ਹੋ ਕੇ ਆਪਣੇ ਗੁਰੂ ਦੇ ਚਰਨਾਂ 'ਚ ਸ਼ੀਸ਼ ਨਿਵਾਉਂਦੀ ਹੈ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਮਸਤਕ ਹੁੰਦੀ ਹੈ। ਇਹ ਪਵਿੱਤਰ ਸਥਾਨ के सामने लिखता है कि बस एक हिंद में तीर्थ है यात्रा के लिए, कटाए बाप ने बच्चे यहाँ खुदा के लिए। बिल्कुल ये निशानी है, ये इतिहास है कि कोई प्यो अपने बच्चों को नहीं कटवाता, पर साहिब कमाल श्री गुरु गोबिंद सिंह जी महाराज जो सिखां दे 10वें गुरु होए हैं, उन्होंने देश लई, कौम लई, सब धर्मां लई अपना ਸਰਬੰਸ ਵਾਰ ਦਿੱਤਾ। ਅੱਜ ਅਸੀਂ ਉਸ ਅਸਥਾਨ ਤੇ ਇਕੱਠੇ ਹੋਏ ਹਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ। ਜੀ ਤਜਿੰਦਰ ਜੀ, ਇਸ ਤੋਂ ਬਾਅਦ ਸਾਡਾ ਅਗਲਾ ਪੜਾਅ ਜਿਹੜਾ ਹੈ ਸਭਾ ਦਾ, ਉਹ ਕਿੱਥੇ ਦਾ ਹੋਏਗਾ? ਮਾਛੀਵਾੜਾ ਸਾਹਿਬ ਅਤੇ ਅੰਤ ਵਿੱਚ ਇਹ ਪੜਾਅ ਜਾ ਕੇ ਸਮਾਪਤ ਹੋਏਗਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ, ਜਿੱਥੇ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਨੀਹਾਂ ਵਿੱਚ ਦੀਵਾਰ ਵਿੱਚ ਚਿਣਵਾਏ ਗਏ ਸੀ। ਬਿਲਕੁਲ ਜੀ, ਇਹ ਸਾਡਾ ਮਕਸਦ ਹੈ ਜੀ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ ਦੀ ਜਿਹੜੀ ਬੱਲੇ ਬੱਲੇ ਰੇਡੀਓ ਦੀ ਪੇਸ਼ਕਾਰੀ ਹੈ। ਇਸ ਦੇ ਵਿੱਚ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ, ਖਾਸ ਤੌਰ ਤੇ ਪੰਜਾਬੀ ਬੱਚਿਆਂ ਤੱਕ ਜਿਹੜੀ ਹੈ ਇਸ ਸਭਾ ਦੇ ਮਹੱਤਵ ਨੂੰ ਸਮਝਾ ਸਕੀਏ। ਮੈਂ ਤਾਂ ਹੋਰ ਜੋੜਾਂਗਾ ਜੀ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਮੈਂ ਤਾਂ ਹੋਰ ਜੋੜਾਂਗਾ, ਸਿਰਫ ਪੰਜਾਬੀ ਬੱਚੇ ਹੀ ਨਹੀਂ, ਸਾਰੀ ਖਲਕਤ ਨੂੰ, ਸਾਰੀ ਦੁਨੀਆ ਨੂੰ, ਸਮੂਹ ਖਲਕਤ ਨੂੰ, ਸਾਰੀ ਦੁਨੀਆ ਨੂੰ ਆਪਾਂ ਆਪਣੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਾ ਸਾਡਾ ਫਰਜ਼ ਬਣਦਾ ਹੈ। ਬਿਲਕੁਲ ਜੀ, ਬਿਲਕੁਲ, ਔਰ ਆਪਣਾ ਡਿਊਟੀ ਹੈ, ਅਸੀਂ ਇਹ ਜ਼ਰੂਰ ਨਿਭਾਵਾਂਗੇ। ਬਿਲਕੁਲ ਜੀ, ਬਹੁਤ ਅੱਛੇ ਜੀ। ਔਰ ਤੁਸੀਂ ਸਮਾਂ ਕੱਢ ਰਹੇ ਹੋ ਔਰ ਚੈਨਲ ਦੇ ਲਈ ਤੇ ਇਸ ਵਧੀਆ ਕੰਮ ਦੇ ਲਈ ਬੱਲੇ ਬੱਲੇ ਰੇਡੀਓ ਦੀ ਪੂਰੀ ਟੀਮ ਆਪ ਦਾ ਧੰਨਵਾਦ ਕਰਦੀ ਹੈ। ਤੇ ਆਪਾਂ ਹੁਣ ਅੰਦਰ ਚੱਲਦੇ ਹਾਂ ਜੀ। ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਆਪਣੇ ਬੱਲੇ ਬੱਲੇ ਰੇਡੀਓ ਚੈਨਲ ਦੇ ਦੁਆਰਾ ਸਮੂਹ ਜੱਗ ਦੀ ਸੰਗਤ ਨੂੰ ਸਿੱਖ ਧਰਮ ਦੇ ਵਿਰਸੇ ਬਾਰੇ, ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹੋ ਤੇ ਨਾਲ ਨਾਲ ਹੀ ਹੋਰ ਅਲੱਗ-ਅਲੱਗ ਤੁਸੀਂ ਸਾਰੇ ਵਿਰਸੇ ਬਾਰੇ, ਆਪਣੇ ਸਾਰੇ ਸਮਾਜਿਕ ਵਿਰਸੇ ਬਾਰੇ ਵੀ ਤੁਸੀਂ ਚਰਨਾ ਪਾਉਂਦੇ ਰਹਿੰਦੇ ਹੋ। ਇਹ ਬਹੁਤ ਹੀ ਅੱਛੀ ਗੱਲ ਹੈ ਜੋ ਕਿ ਅੱਜ ਕੱਲ ਨਹੀਂ ਕੋਈ ਕਰ ਰਿਹਾ। ਤੁਸੀਂ ਇੱਕ ਵਿਲੱਖਣ ਜੋ ਉਪਰਾਲਾ ਕੀਤਾ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, ਜਦੋਂ ਵੀ ਤੁਸੀਂ ਯਾਦ ਕਰੋਗੇ ਅਸੀਂ ਹਾਜ਼ਰ ਹੋਵਾਂਗੇ। ਪਿਆਰੇ ਸਰੋਤਿਓ, ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਯਾਦ ਕਰਵਾ ਦੇਵਾਂ, ਅੱਜ ਸਾਡੇ ਨਾਲ ਨੇ ਸਰਦਾਰ ਅਜੀਤਪਾਲ ਸਿੰਘ ਜੀ ਨਾਫਰੇ, ਜੋ ਕਿ ਆਸਟਿਨ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਨੇ ਔਰ ਇਤਿਹਾਸ ਦੀ ਬੜੀ ਪਕੜ ਰੱਖਦੇ ਨੇ, ਪੰਜਾਬੀ ਸਾਹਿਤ ਦੀ ਬੜੀ ਪਕੜ ਰੱਖਦੇ ਨੇ, ਬਹੁਤ ਅੱਛੇ ਲੇਖਕ ਤੇ ਬਹੁਤ ਅੱਛੇ ਰਾਈਟਰ ਨੇ। ਅੱਜ ਸਾਰਾ ਦਿਨ ਇਹਨਾਂ ਦੇ ਨਾਲ ਗੁਜ਼ਾਰਿਆ ਹੈ। ਅਸੀਂ ਸਵੇਰੇ ਯਾਤਰਾ ਸ਼ੁਰੂ ਕੀਤੀ ਸੀਗੀ, ਆਪਣੀ ਸ਼ੁਰੂਆਤ ਵੀਡੀਓਜ਼ ਦੀ ਸ਼ੁਰੂ ਕੀਤੀ ਸੀ ਪਰਿਵਾਰ ਵਿਛੋੜਾ ਸਾਹਿਬ ਤੋਂ, ਤੇ ਹੁਣ ਅਸੀਂ ਇਸ ਪੜਾਅ ਤੇ ਚਮਕੌਰ ਸਾਹਿਬ ਵਿਖੇ ਪਹੁੰਚੇ ਹਾਂ ਔਰ ਇਹਨਾਂ ਨੇ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ਅਸੀਂ ਬੱਲੇ ਬੱਲੇ ਰੇਡੀਓ ਦੀ ਪੂਰੀ ਟੀਮ ਜਿਹੜੀ ਹੈ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅਗਲਾ ਪੜਾਅ ਜਿਹੜਾ ਹੈ ਉਸ ਦੇ ਬਾਰੇ ਅਸੀਂ ਜਾ ਕੇ ਅੱਗੇ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਵੀਰ ਅਜੀਤਪਾਲ ਸਿੰਘ ਨਾਫਰੇ। ਹੁਣ ਆਪਾਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ ਸਰਹੰਦ ਦੀ ਦੀਵਾਰ ਫਤਿਹਗੜ੍ਹ ਸਾਹਿਬ ਵਾਸਤੇ ਨਮਸਤਕ ਹੋਏ ਹਾਂ। ਇਹ ਸ਼ਹੀਦੀ ਸਥਾਨ ਸਾਨੂੰ ਆਪਣੇ ਇਤਿਹਾਸ ਦੀ ਵਿਲੱਖਣ ਯਾਦ ਨੂੰ ਦਰਸਾਉਂਦਾ ਹੈ ਕਿ ਕਿਵੇਂ ਸਰਹੰਦ ਦੇ ਨਵਾਬ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਈਨ ਨਾ ਮੰਨਣ ਦੇ ਵਾਸਤੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਨੀਹਾਂ ਵਿੱਚ ਚਿਣਵਾ ਦਿੱਤਾ ਸੀ। ਇਹ ਗੱਲ ਨੋਟ ਕਰਨ ਵਾਲੀ ਹੈ ਤੇ ਸਿੱਖਣ ਵਾਲੀ ਹੈ, ਜੋ ਬਹੁਤ ਕੁਝ ਸਿਖਾਉਂਦੀ ਹੈ। ਸਮਝ ਦੀ ਲੋੜ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਇਤਿਹਾਸ ਪੜ੍ਹਿਆ ਸੀ ਤਾਂ ਉਹਦੇ ਵਿੱਚ ਇੱਕ ਗੱਲ ਆਉਂਦੀ ਸੀ ਕਿ ਨਵਾਬ ਨੇ ਪੂਰੇ ਦਾ ਪੂਰਾ ਦਰਵਾਜ਼ਾ ਖੋਲ੍ਹਣ ਦੀ ਬਜਾਏ ਇੱਕ ਛੋਟਾ ਜਿਹਾ ਦੁਆਰ ਅੰਦਰ ਆਉਣ ਲਈ ਖੋਲ੍ਹਿਆ ਸੀ ਤਾਂ ਕਿ ਸਾਹਿਬਜ਼ਾਦੇ ਉਹਦੇ ਵਿੱਚੋਂ ਸਿਰ ਝੁਕਾ ਕੇ ਅੰਦਰ ਜਾਣਗੇ। ਪਰ ਸਿੱਖੀ ਦੀ ਉਹ ਦਾਤ ਦੇਖੋ, ਗੁਰੂ ਸਾਹਿਬ ਦੀ ਬਖਸ਼ੀ ਹੋਈ ਉਹ ਕਰਾਮਾਤ ਦੇਖੋ ਕਿ ਛੋਟੇ ਸਾਹਿਬਜ਼ਾਦੇ ਵੀ ਸਿਰ ਝੁਕਾਉਣ ਦੀ ਬਜਾਏ ਪਹਿਲਾਂ ਆਪਣੀ ਲੱਤ ਅੰਦਰ ਲੈ ਕੇ ਪੂਰੀ ਆਕੜ ਨਾਲ ਆਪਣੇ ਧੌਣ ਅਕੜਾ ਕੇ ਅੰਦਰ ਨਵਾਬ ਦੇ ਸਾਹਮਣੇ ਹਾਜ਼ਰ ਹੋਏ ਸਨ ਤੇ ਆਪਣੇ ਧਰਮ ਨੂੰ ਬਦਲਣ ਦੇ ਲਈ ਉਹਨਾਂ ਨੂੰ ਮੂੰਹ ਦੇ ਉੱਪਰ ਕਰਾਰਾ ਜਵਾਬ ਦਿੱਤਾ ਸੀ। ਹਾਲਾਂਕਿ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ ਤੇ ਨਵਾਬ ਸਰਹੰਦ ਨੂੰ ਇੱਕ ਸਾਫ਼ ਕਿਹਾ ਸੀ ਕਿ ਆਪਾਂ ਇਹ ਘੋਰ ਪਾਪ ਨਾ ਕਰੀਏ। ਇਹ ਛੋਟੀਆਂ ਛੋਟੀਆਂ ਜਿੰਦਾਂ ਨੂੰ ਆਪਾਂ ਕਿਉਂ ਮਰਵਾਉਣ ਜਾ ਰਹੇ ਹਾਂ, ਕਿਉਂ ਸ਼ਹੀਦ ਕਰਨ ਜਾ ਰਹੇ ਹਾਂ। ਪਰ ਸਰਹੰਦ ਦੇ ਨਵਾਬ ਦੇ ਕੰਨਾਂ ਤੇ ਕੋਈ ਜੂੰ ਨਹੀਂ ਸੀ ਰਿੰਗੀ। ਅੱਜ ਉਸ ਇਤਿਹਾਸ ਨੂੰ ਆਪਾਂ ਯਾਦ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਚੱਲੇ ਸੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ, ਉਪਰੰਤ ਆਪਾਂ ਪਹੁੰਚੇ ਸੀ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ, ਉਪਰੰਤ ਬ੍ਰਾਹਮਣ ਮਾਜਰਾ ਅਤੇ ਚਮਕੌਰ ਸਾਹਿਬ ਵਿਖੇ ਆਪਾਂ ਨਮਸਤਕ ਹੋਏ ਸਾਂ ਤੇ ਇਸ ਇਤਿਹਾਸ ਨੂੰ ਤੁਹਾਡੇ ਨਾਲ ਜਾਣੂ ਕਰਵਾਇਆ ਸੀ। ਅੱਜ ਹੁਣ ਆਪਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਮਸਤਕ ਹੁੰਦੇ ਹੋਏ ਤੁਹਾਡੇ ਨਾਲ ਇਹ ਆਪਣਾ ਵਿਰਾਸਤ ਦੀਆਂ ਜੋ ਯਾਦਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਂ ਬਹੁਤ ਧੰਨਵਾਦ ਕਰਦਾ ਹਾਂ ਬੱਲੇ ਬੱਲੇ ਰੇਡੀਓ ਚੈਨਲ ਦਾ ਵੀ, ਜਿਨ੍ਹਾਂ ਨੇ ਤੁਹਾਡੇ ਬਹੁਤ ਹੀ ਨਿਮਾਣੇ ਜਿਹੇ ਦਾਸ ਵੀਰ ਨੂੰ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨ ਦਾ ਮੌਕਾ ਦਿੱਤਾ। ਆਓ ਆਪਾਂ ਸਾਰੇ ਇਸ ਇਤਿਹਾਸ ਤੋਂ ਕੁਝ ਸਿੱਖੀਏ। ਸ਼ਾਇਦ ਇਹਦੇ ਵਿੱਚ ਗੱਲ ਜੋੜੇ ਬਿਨਾ ਇਹ ਇਤਿਹਾਸ ਘੱਟ ਰਹਿ ਜਾਵੇਗਾ ਜੇ ਮੈਂ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਗੱਲ ਨਾ ਕਰਾਂ। ਦੋਸਤੋ, ਛੋਟੀ ਜੀ ਜਗ੍ਹਾ 8 ਫੁੱਟ ਜਾਂ 9 ਫੁੱਟ ਦੀ ਜਗ੍ਹਾ ਜੋ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਅਸ਼ਰਫੀਆਂ ਖੜੀਆਂ ਕਰ ਕਰਕੇ ਚਿਣ ਕੇ ਖਰੀਦੀ ਸੀ, ਸ਼ਾਇਦ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਅੱਜ 250 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਜੇ ਉਹਨੂੰ ਆਪਾਂ ਅੱਜ ਦੇ ਸੋਨੇ ਦੀ ਕੀਮਤ ਦੇ ਨਾਲ ਜੋੜ ਕੇ ਉਸ ਦਾ ਮੁਲਾਂਕਣ ਕਰੀਏ ਤਾਂ ਸੋ ਜੋ ਸਿੱਖੀ ਹੈ ਇਹਦਾ ਇਤਿਹਾਸ ਬਹੁਤ ਵਿਲੱਖਣ ਹੈ। ਆਪਾਂ ਆਪਣੇ ਗੁਰੂਆਂ ਦਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਵੱਲੋਂ ਸਾਨੂੰ ਸਹੀ ਮਾਰਗ ਤੇ ਪਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਸਿੱਖ ਧਰਮ ਦਾ ਗੁਰੂ ਥਾਪਿਆ ਗਿਆ, ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਤੇ ਆਪਣੇ ਵੰਸ਼ੀਆਂ ਨੂੰ ਸਿੱਖ ਇਤਿਹਾਸ ਨੂੰ ਸਮਝਾਉਣ ਦੀ ਜ਼ਰੂਰਤ ਹੈ। ਇੰਨਾ ਕੁਛ ਹੀ ਕਹਿੰਦਾ ਹੋਇਆ ਮੈਂ ਇੱਕ ਵਾਰ ਫਿਰ ਤੋਂ ਬੱਲੇ ਬੱਲੇ ਰੇਡੀਓ ਦੇ ਚੈਨਲ ਤੇਜਿੰਦਰ ਚੋਪੜਾ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਇੱਕ ਵਾਰ ਫਿਰ ਆਪਾਂ ਮਿਲਾਂਗੇ ਨਵੇਂ ਸਫ਼ਰ ਦੇ ਉੱਪਰ। ਤੁਹਾਡਾ ਵੀਰ ਅਜੀਤਪਾਲ ਸਿੰਘ ਨਾਫਰੇ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।